जुग अटल कवच छत्र तख्तां दे मालिक सतगुरु दीना बंधु भगत वत्सल करना निदान सब कला भरपूर ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਗੁਰੂ ਪਿਆਰ ਵਾਲੀਆਂ ਸੰਗਤਾਂ ਸੁਸ਼ੋਭਿਤ ਹੋਏ ਹੋ। ਗੁਰੂ ਨਾਨਕ ਦੇ ਚਰਨਾਂ 'ਚ ਬਹਿਣਾ, ਗੁਰੂ ਨਾਨਕ ਦੀ ਗੋਦੀ ਦਾ ਨਿੱਘ ਮਾਣਨਾ ਬਹੁਤ ਵਡਭਾਗਿਆਂ ਨੂੰ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਮਸਤਕ ਭਾਗ ਚੰਗੇਰੇ ਹੋਣ। ਮਹਾਰਾਜ ਕਹਿੰਦੇ ਭਗਤ ਤੇਰਾ ਮਨ ਭਾਉਂਦੇ ਦਰ ਸੋਹਣ। ਕਹਿੰਦੇ ਜਿਹੜੇ ਤੈਨੂੰ ਭਾਗੇ ਉਹਨਾਂ ਦੇ ਮੂੰਹ ਦੇ ਵਿੱਚੋਂ ਹੀ ਵਾਹਿਗੁਰੂ ਨਿਕਲਦਾ ਹੈ। ਉੱਦਾਂ ਜਿੰਨਾ ਮਰਜ਼ੀ ਕੋਈ ਯਤਨ ਕਰੇ ਰਸ ਹੀ ਨਹੀਂ ਆਉਣਾ। ਜਿੱਦਾਂ ਇੱਕ ਫਕੀਰ 12 ਸਾਲ ਖੁਦਾ 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 ਕਰਦਾ ਰਿਹਾ। ਇੱਕ ਦਿਨ ਮਨ ਨਾਰਾਜ਼ ਹੋ ਗਿਆ, ਪਰੇਸ਼ਾਨ ਹੋ ਕੇ ਪੋਥੀ ਬੰਦ ਕਰਤੀ। ਕਹਿੰਦੇ ਇੰਨੀਆਂ ਆਵਾਜ਼ਾਂ ਤੇ ਕਿਸੇ ਹੋਰ ਨੂੰ ਮਾਰ ਦੇ ਤੇ ਉਹਨੇ ਆ ਜਾਣਾ। ਆਇਆ ਹੀ ਨਹੀਂ, ਸੁਣਦਾ ਹੀ ਨਹੀਂ। ਤੋ ਕਰਮਾਂ ਵਾਲੀ ਸਾਧ ਸੰਗਤ ਜੀ ਇਤਨੇ ਚਿਰ ਨੂੰ ਪੋਥੀ ਰੱਖ ਕੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਦੇ ਨਮਾਜ਼ ਨਹੀਂ ਪੜ੍ਹਨੀ। ਜਦੋਂ ਬਾਹਰ ਨਿਕਲਣ ਲੱਗਾ ਤੇ ਕੀ ਵੇਖਿਆ, ਹੁਜ਼ਰੇ ਦੀਆਂ ਬਰੂਹਾਂ ਦੇ ਵਿੱਚ ਖੁਦਾ ਬੈਠਾ। ਕਹਿੰਦਾ ਕਿੱਧਰ ਚੱਲਿਆ? ਹੱਸ ਪਿਆ ਖੁਦਾ। ਸਰੂਪ ਵੇਖਿਆ, ਅੱਖਾਂ ਦੀ ਜੋਤ ਝੱਲੀ ਨਹੀਂ ਜਾਂਦੀ, ਮਸਤਕ ਦਾ ਤੇਜ ਨਹੀਂ ਵੇਖਿਆ ਜਾਂਦਾ। ਸਕੂਨ ਹੀ ਸਕੂਨ ਪਤਾ ਲੱਗ ਗਿਆ ਖੁਦਾ ਹੈ। ਤੇ ਖੁਦਾ ਦੇ ਬੰਦਗੀ ਵਾਨਾਂ ਦਾ ਬੜਾ ਤੇਜ ਪ੍ਰਤਾਪ ਹੁੰਦਾ। ਕੋਈ ਬੰਦਗੀ ਵਾਲੀ ਰੂਹ ਸੰਗਤ ਵਿੱਚ ਬਹਿ ਜੇ ਸਾਰੀ ਸੰਗਤ ਨੂੰ ਠੰਡਿਆਂ ਕਰ ਦਿੰਦੀ। ਕਿਉਂਕਿ ਜਿੱਥੇ ਫੁੱਲ ਖਿੜਦਾ ਉੱਥੇ ਮਹਿਕ, ਜਿੱਥੇ ਕੂੜੇ ਦਾ ਢੇਰ ਉੱਥੇ ਸਮੈਲ ਆਉਣੀ ਆ। ਇਸ ਕਰਕੇ ਹੁਣ ਦੁਨੀਆ ਦੇ ਕੂੜੇ ਦੇ ਢੇਰਾਂ ਤੇ ਆਪਾਂ ਸਾਰੇ ਬੈਠੇ ਹਾਂ। ਬੰਦਗੀ ਦਾ ਫੁੱਲ ਵਿਰਲਾ ਹੀ ਰਹਿ ਗਿਆ। ਤੇ ਜਿੱਥੇ ਕੋਈ ਬੰਦਗੀ ਵਾਲਾ ਚੌਂਕੜਾ ਲਾ ਕੇ ਬਹਿੰਦਾ ਨਾ, ਸੱਚ ਜਾਣਿਓ 24 ਘੰਟਿਆਂ ਦੇ ਵਿੱਚੋਂ ਆ ਜਿਹੜੇ 50-60 ਮਿੰਟ ਆ ਨਾ, ਇਹ ਵੱਖਰੇ ਆ। ਇਹ ਰਸ ਇੱਥੇ ਹੀ ਆ। ਬਰੂਆਂ ਚੋਂ ਬਾਹਰ ਹੋ ਕੇ ਜੋੜਾ ਪਾ ਕੇ ਮੁੜ ਕੇ ਗਵਾਚ ਜਾਂਦਾ। ਔਰ ਇਹਦਾ ਕਾਰਨ ਹੀ ਇਹ ਹੈ ਕਿ ਇਸ ਸੰਗਤ ਵਿੱਚ ਉਹ ਰੂਹਾਂ ਸੁਭਾਏਮਾਨ ਹੈ ਜਿਨ੍ਹਾਂ ਨੇ ਮਹਿਕ ਸੰਭਾਲੀ ਹੈ। ਰਾਤ ਬਹਿ ਬਹਿ ਕੇ ਸਾਰੀ ਰਾਤ, ਚਲੋ ਰੱਬ ਦਾ ਪਿਆਰਾ ਕੋਈ ਕਿਸੇ ਨੂੰ ਨਹੀਂ ਦੱਸਦਾ, ਤੋ ਉਸ ਮਹਿਕ ਦਾ ਕਰਕੇ ਆਪਾਂ ਸਾਰੇ ਸਕੂਨ ਦਾ ਕਰਕੇ ਭੱਜੇ ਆਉਣੇ। ਕਿਉਂਕਿ ਜਿੱਥੇ ਫੁੱਲ ਖਿੜਦਾ ਭੌਰਾ ਦੌੜ ਕੇ ਆ ਜਾਂਦਾ। ਤੋ ਗੁਰੂ ਗਰੀਬ ਨਵਾਜ਼ ਜੀ ਦੀ ਜਿੱਥੇ ਬਖਸ਼ਿਸ਼ ਹੈ, ਪ੍ਰੇਮ ਪ੍ਰੀਤੀ ਹੈ, ਤੋ ਗੁਰੂ ਨਾਨਕ ਦਾ ਘਰ ਪਿਆਰਿਆਂ ਨੂੰ ਮਿਲ ਜਾਂਦਾ ਹੈ। ਆਓ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਕੁਝ ਸਮਾਂ ਆਨੰਦ ਮਾਣ ਕੇ ਗੁਰ ਇਤਿਹਾਸ ਦੇ ਦੀਦਾਰ ਕਰਨੇ ਹੈ। ਸਾਰੀ ਸੰਗਤ ਜੁੜੋ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਪੁਰਖ ਨਿਰਵੈਰ ਅਜੂਨੀ ਸੈਭੰ
ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਧੰਨ ਗੁਰੂ ਨਾਨਕ ਦੇਵ ਮਹਾਰਾਜ। ਸੰਗਤ ਜੀ, ਇਹ ਵੀ ਇੱਕ ਕਮਾਈ ਹੈ ਜਿਹੜੀ ਤੁਸੀਂ ਹੁਣੇ ਕੀਤੀ ਆ। ਇੱਕ ਕਮਾਈ ਉਹ ਹੈ ਜਿਹੜੀ ਮਨੁੱਖ ਬੱਚੇ ਪੜ੍ਹਾਉਣ ਵਾਸਤੇ, ਘਰ ਬਣਾਉਣ ਵਾਸਤੇ, ਜ਼ਿੰਦਗੀ ਚਲਾਉਣ ਵਾਸਤੇ ਕਰਦਾ। ਉਹ ਹੈ ਤੁਹਾਡੀ ਕਿਰਤ। ਜਿਸ ਕਿਰਤ ਨਾਲ ਤੁਸੀਂ ਬੱਚੇ ਪੜ੍ਹਾਉਣੇ, ਜਵਾਨ ਕਰਨੇ, ਘਰ ਬਣਾਉਣਾ, ਕਿਰਤ ਚਲਾਉਣੀ ਹੈ। ਪਰ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਮਰਦਾਨਿਆਂ, ਜਿਹੜਾ ਮੂਲ ਮੰਤਰ ਦੀ ਕਮਾਈ ਕਰੇਗਾ ਨਾ, ਤੇ ਜਦੋਂ ਇਸ ਦੁਨੀਆ ਤੋਂ ਉਹਦਾ ਟਾਈਮ ਸਮਾਂ ਸਮਾਪਤ ਹੋਇਆ ਤੇ ਉਹਦੇ ਦਰਗਾਹ 'ਚ ਜਾਂਦਿਆਂ ਨੂੰ ਬੜਾ ਸੋਹਣਾ ਘਰ ਗੁਰੂ ਨਾਨਕ ਨੇ ਤਿਆਰ ਕੀਤਾ। ਹੁਣ ਆਪਾਂ ਨੂੰ ਵਿਦੇਸ਼ ਵਿੱਚ ਜਾਣਾ ਹੋਵੇ ਤੇ ਉੱਥੇ ਆਪਣਾ ਘਰ ਹੋਵੇ ਤੇ ਖੁਸ਼ੀ ਹੁੰਦੀ ਵੀ ਆਪਾਂ ਤੇ ਬਸ 15-16 ਘੰਟੇ ਦੀ ਫਲਾਈਟ ਹੈ, ਆਪਣੇ ਘਰ ਹੀ ਚੱਲ ਜਾਣਾ, ਚਾਚੇ ਤਾਏ ਉੱਥੇ ਹੈ, ਕੋਈ ਫਿਕਰ ਨਹੀਂ ਹੁੰਦਾ। ਪਰ ਜਿਹਨੂੰ ਘਰ ਨਾ ਹੋਵੇ ਉਹਨੂੰ ਤੇ ਇਹੋ ਹੀ ਹੁੰਦਾ ਵੀ ਮੈਂ ਜਾ ਕੇ ਕਰੂੰ ਕੀ। ਵੀ ਅਜੇ ਕੋਈ ਪੈਸਾ ਨਹੀਂ, ਇੱਧਰੋਂ ਵੀ ਲਾਗੇ ਜਿਹੜੇ ਹੈਗੇ ਰਿਸ਼ਤੇਦਾਰਾਂ ਤੋਂ ਵੀ ਫੜੇ ਹੁੰਦੇ ਸਾਰਿਆਂ ਤੋਂ, ਉਹ ਫਿਰ ਸਾਰੇ ਪਲੇਨ ਦੇ ਵਿੱਚ ਚਿੰਤਾ 'ਚ ਹੀ ਜਾਂਦਾ ਹੈ ਕਿ ਕਿਤੇ ਕੰਮ ਮਿਲ ਜੇ, ਨਾ ਹੋਵੇ ਕੰਮ ਹੀ ਨਾ ਮਿਲੇ। ਕਈ ਵਾਰੀ ਕੰਮ ਮਿਲ ਜਾਂਦਾ ਤੇ ਕਿਰਾਏ 'ਤੇ ਮਕਾਨ ਕੋ ਨਹੀਂ ਮਿਲਦਾ। ਪਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਬੰਦਿਆ
70 ਸਾਲ 60 ਸਾਲ ਤੋਂ ਬਾਅਦ ਜਦੋਂ ਤੂੰ ਨੇਤਰ ਬੰਦ ਕਰਨੇ ਹੈ, ਤੇਰੇ ਆਪਣਿਆਂ ਨੇ ਤੈਨੂੰ ਘਰ ਤੋਂ ਵਿਦਾ ਕਰਨਾ ਹੈ, ਤੇ ਉਦੋਂ ਫਿਰ ਜੇ ਕਿਤੇ ਸੰਗਤ ਵਿੱਚ ਬੈਠਾ ਹੋਇਆ ਨਾ, ਤੂੰ ਕਿਤੇ ਜਪਿਆ ਹੋਇਆ, ਤੇ ਮਹਾਰਾਜ ਦੀ ਬਾਣੀ ਕਹਿੰਦੀ ਵਿੱਚ ਦੁਨੀਆ ਸੇਵਾ ਕਮਾਈਐ, ਆ ਤੁਸੀਂ ਸੇਵਾ ਕਮਾ ਰਹੇ ਹੋ। ਕਹਿੰਦੇ ਦਰਗਾਹ ਵੈਸਣ ਪਾਈਐ, ਦਰਗਾਹ ਦੇ ਵਿੱਚ ਸਤਿਗੁਰੂ ਤੈਨੂੰ ਆਪ ਬਿਠਾਉਣਗੇ। ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਫਿਰ ਕਹਿੰਦੇ ਰੇ ਰੇ ਦਰਗਾਹ, ਕਿਸੇ ਦੀ ਜ਼ਰੂਰਤ ਨਹੀਂ। ਮੰਨ ਲਓ ਕਿਤੇ ਸਟੇਜ ਲੱਗੀ ਹੋਵੇ, ਬਾਹਰ ਪੁਲਿਸ ਖੜੋਤੀ ਹੋਵੇ, ਤੇ ਆਮ ਬੰਦੇ ਨੂੰ ਕਹਿੰਦੇ ਉਹ ਕਿੱਧਰ ਭਾਊ ਮੂੰਹ ਚੱਕਿਆ, ਚੱਲ ਬਾਹਰ, ਇੱਥੇ ਮੰਤਰੀ ਨੇ ਬਹਿਣਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਫਿਰ ਮੇਰੇ ਪਿਆਰਿਆਂ ਜਾਣਾ ਹੈ ਨਾ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪੇੜ ਮੱਲਿਆ, ਉੱਥੇ ਪੇੜ ਮੱਲਿਆ ਜਾਣਾ, ਤੇ ਪੇੜ ਮੱਲਣਾ ਬੜਾ ਔਖਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨਿਆਵੀ ਤੌਰ ਤੇ ਵੀ ਗੁਰੂ ਮੁਰਸ਼ਦ ਦੇ ਕੋਲ ਬਹਿਣਾ ਬੜਾ ਔਖਾ। ਬਹੁਤ ਵੱਡੇ ਭਾਗ ਮਾਰੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਜਿੱਥੇ ਰਸ ਆਵੇ ਜ਼ਿੰਦਗੀ ਦਾ ਉਹ ਸਤ ਸੰਗਤ ਹੈ। ਕਿੰਨਾ ਵੀ ਪਰੇਸ਼ਾਨ ਮਨੁੱਖ ਹੋਵੇ ਤੇ ਗੁਰੂ ਨਾਨਕ ਦੀ ਸੰਗਤ ਵਿੱਚ ਆ ਕੇ ਠੰਡ ਪੈ ਜਾਂਦੀ ਹੈ, ਜ਼ਿੰਦਗੀ ਅਸਲ ਪਤਾ ਲੱਗਦੀ। ਮੇਰੇ ਪਿਆਰ ਵਾਲੀ ਸੰਗਤ ਬੈਠੀ ਹੈ, ਮੁਹੱਬਤ ਵਾਲੇ ਦੂਰੋਂ ਦਰੇਡਿਓਂ। ਜਿਹੜਾ ਇੱਕ ਵਾਰੀ ਇਸ ਰਸ ਨੂੰ ਮਾਣ ਜਾਂਦਾ ਫਿਰ ਦੁਬਾਰਾ ਜ਼ਰੂਰ ਆਉਂਦਾ ਹੈ। ਇਹ ਗੁਰੂ ਸਾਹਿਬ ਦਾ ਰਸ ਹੀ ਇੱਦਾਂ ਦਾ, ਕਿਉਂਕਿ ਜਦੋਂ ਬੰਦਾ ਦਰਦ ਨਾਲ ਤੜਫਦਾ ਹੋਵੇ ਤੇ ਉਹਨੂੰ ਦਵਾਈ ਦੀ ਲੋੜ ਹੁੰਦੀ ਹੈ। ਹੁਣ ਪੇਟ 'ਚ ਦਰਦ ਹੋਵੇ ਤਾਂ ਡਾਕਟਰ ਹੱਲ ਕਰ ਸਕਦਾ, ਪਰ ਜਿਹਦੀ ਆਤਮਾ 'ਚ ਦਰਦ ਹੈ ਉਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਹੀ ਕਰਨਗੇ ਨਾ। ਜਿਹਨੂੰ ਮਾਰੇ ਕਹਿੰਦੇ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਐ ਮੇਰੇ ਮੁਰਸ਼ਦੇ ਕਾਮਲ ਤੇਰੀ ਕਿਰਪਾ ਨਾਲ, ਨਾਨਕ ਕੇ ਪ੍ਰਭ ਸਾਥ। ਹੁਣ ਆਪਾਂ ਕਿਤੇ ਵੀ ਜਾਂਦੇ ਹਾਂ ਤੇ ਸਭ ਤੋਂ ਪਹਿਲਾਂ ਕਹੀਦਾ ਕੋਈ ਸਾਥ ਹੋਵੇ, ਨਾਲ ਹੋਣਾ ਚਾਹੀਦਾ। ਕੋਈ ਇੱਕ ਇਕੱਲਾ ਤੇ ਦੋ 11। ਬੜੀ ਵਧੀਆ ਉਦਾਹਰਨ ਕਿਸੇ ਨੇ ਦਿੱਤੀ। ਹੁਣ ਨਾਨਕ ਕੇ ਪ੍ਰਭ ਸਾਥ, ਜਿਨ੍ਹਾਂ ਦੇ ਨਾਲ ਨਾਨਕ ਦਾ ਸਾਥ ਹੋ ਜੇ, ਅਰਥ ਕਈ ਨਿਕਲਦੇ। ਮੈਂ ਸੌਖਾ ਹੀ ਕੱਢ ਦਿੱਤਾ ਕਿਉਂਕਿ ਦੂਰ ਦੇਸ਼ਾਂ ਵਿਦੇਸ਼ਾਂ 'ਚ ਸੰਗਤ ਕਥਾ ਸੁਣਦੀ ਰੋਜ਼। ਤੋ ਇਹਦੇ ਕਹਿਣ ਦੇ ਮੁਰਾਦ ਗੁਰਬਾਣੀ ਦੇ ਅਰਥ ਤਾਂ ਗਾਧ ਬੋਧ ਹੈ, ਪਰ ਇਹ ਵੀ ਮਜਬੂਰੀ ਹੁੰਦੀ ਵੀ ਉੱਦਾਂ 'ਚ ਹੋਵੇ ਤੇ ਕਈ ਵਾਰੀ ਵਾਧਾ ਘਾਟਾ ਕਰ ਜਾਂਦਾ ਹੈ। ਪਰ ਇਹ ਵੀ ਇੱਕ ਤਲਵਾਰ ਹੀ ਲੜਕਦੀ ਹੁੰਦੀ ਹੈ, ਕਿਉਂਕਿ ਛੋਟੀ ਜਿਹੀ ਵੀ ਗਲਤੀ ਹੋ ਗਈ ਤੇ ਫਿਰ ਉਹ ਜਵਾਬ ਦੇਣਾ ਪੈਂਦਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਨਾਨਕ ਕੇ ਪ੍ਰਭ ਸਾਥ, ਵੀ ਤੇਰੀ ਸ਼ਰਨ ਵਿੱਚ ਮੈਂ ਨਹੀਂ ਆਇਆ। ਮੇਰੀ ਕੀ ਔਕਾਤ ਸੀ ਸਤਿਗੁਰੂ, ਤੂੰ ਮੈਨੂੰ ਉਦਮ ਬਖਸ਼ਿਆ, ਤੂੰ ਮੇਰੇ ਅੰਦਰ ਫੁਰਨਾ ਬਣਾਇਆ ਵੀ ਚੱਲ ਇਸ਼ਨਾਨ ਕਰ, ਅੱਜ ਬੌਲੀ ਸਾਹਿਬ ਪਹੁੰਚਣਾ ਜ਼ਰੂਰ ਆ। ਤਾਂ ਮੈਂ ਆਇਆ, ਸਰਨੀ ਆਇਆ। ਕਈ ਮੈਂ ਵੇਖਿਆ ਜੀ ਕਿਸਮਤ ਕਰਮ ਨਾ ਸਾਥ ਦੇਣ। ਇਸ ਦਰਵਾਜ਼ੇ ਬਰਾਂਡੇ ਦੇ ਵਿੱਚ ਇੱਕ ਇਨਸਾਨ ਆਇਆ, ਉਹਦੀ ਬਿੱਲ ਵੱਜੀ ਮੋਬਾਈਲ ਦੀ, ਪਤਾ ਨਹੀਂ ਉਹ ਕਿੱਦਾਂ ਦਾ ਫੋਨ ਸੀ, ਉਹਨੂੰ ਅੰਦਰ ਮੱਥਾ ਟੇਕਣਾ ਨਸੀਬ ਨਹੀਂ ਹੋਇਆ, ਬੂਹੇ 'ਚ ਆ ਕੇ ਮੁੜ ਗਿਆ। ਇਸ ਕਰਕੇ ਸਾਧ ਸੰਗਤ ਜੀ ਨਾਨਕ ਕੇ ਪ੍ਰਭ ਸਾਥ। ਹੁਣ ਨਾਨਕ ਦਾ ਸਾਥ ਮਿਲਣਾ ਉਹਨਾਂ ਨੂੰ ਹੈ ਜਿਹੜੇ ਜੀਰੋ ਹੋ ਗਏ। ਜੀਰੋ ਸਮਝਦੇ ਹੋ, ਆਪਣੇ ਆਪ ਨੂੰ ਮਿਟਾ ਦੇ, ਮਿਟਾ ਦੇ ਆਪਣੀ ਹਸਤੀ ਕੋ ਆਖ, ਮਰਤਬਾ ਚਾਹੇ ਦਾਣਾ ਮਿੱਟੀ ਮੇ ਮਿਲ ਕਲ ਗੁਲੇ ਗੁਲਜ਼ਾਰ ਹੋਤਾ ਹੈ। ਕਹਿੰਦੇ ਤੁਸੀਂ ਜ਼ਿਮੀਂਦਾਰ ਬੈਠੇ ਹੋ ਸਾਰੇ, ਜਿਹੜਾ ਦਾਣਾ ਬੀਜ ਮਿੱਟੀ ਦੇ ਉੱਤੇ ਰਹਿ ਜੇ ਉਹ ਉੱਗਦਾ ਨਹੀਂ ਕਦੇ। ਸਾਰੇ ਤੁਸੀਂ ਵਾਈ ਵਾਣ ਬੈਠੇ ਹੋ, ਜਿਹੜਾ ਦਾਣਾ ਬਾਹਰ ਰਹਿ ਗਿਆ ਉਹਨੂੰ ਪੰਛੀ ਚੁੱਕ ਜਾਂਦੇ ਹੈ। ਕਹਿੰਦੇ ਸਿੱਖਾ ਸੇਵਾ ਸਿਮਰਨ ਕਰਦਾ ਹੈ ਤੇ ਇਹਨੂੰ ਥੱਲੇ ਲਕੋ, ਤੂੰ ਤਾਂ ਸਟਿੱਕਰ ਲਾਈ ਫਿਰਦਾ। ਕਈ ਵਾਰੀ ਕਈ ਲੜ ਪੈਂਦੇ ਜੀ ਮੈਨੂੰ ਵੀ ਬਿੱਲਾ ਜਿਹਾ ਦੇ ਦਿਓ, ਮੈਂ ਬਟੂਏ ਤੇ ਲਾਉਣਾ, ਮੁੱਖ ਸੇਵਾਦਾਰ। ਕਹਿੰਦੇ ਤੂੰ ਲੋਕਾਂ ਨੂੰ ਵਿਖਾਉਣਾ, ਤੂੰ ਇਦਾਂ ਦੀ ਸੇਵਾ ਕਰ, ਗੁਰੂ ਅਰਜਨ ਸਾਹਿਬ ਨੂੰ ਦੇਖਣਾ ਚਾਹੀਦਾ। ਤੋ ਇਸ ਕਰਕੇ ਕਹਿੰਦੇ ਨੇ ਉਦਾਹਰਨ ਦੇ ਕੇ ਮੈਂ ਅੱਗੇ ਜਾਵਾਂ। ਕਹਿੰਦੇ ਗਿਣਤੀ ਸ਼ੁਰੂ ਹੋਈ 9 ਤੋਂ। 9 ਨੇ ਆਪਣੇ ਆਪ ਨੂੰ ਇੰਨਾ ਕੁ ਹੰਕਾਰ ਦੇ ਵਿੱਚ ਲੈ ਕੇ ਆਂਦਾ, ਥੱਲੇ 8 ਸੀ ਤੇ 8 ਨੂੰ ਦਬਾਇਆ।
ਧਿਆਨ ਦਿਆ ਜੀ। ਮੈਂ ਫੋਕਸ ਰੱਖਿਆ, ਸਰਨ ਤੁਮਾਰੀ ਆਇਓ ਨਾਨਕ ਕੇ, ਨਾਨਕ ਦਾ ਸਾਥ ਜਿਨ੍ਹਾਂ ਨੂੰ ਮਿਲ ਜੇ। ਨਾਨਕ ਇੱਕ ਹੈ, ਇੱਕ ਓਂਕਾਰ ਹੈ, ਨਿਰੰਕਾਰ ਹੈ, ਕਰਤਾਰ ਹੈ। ਹੁਣ ਕਹਿੰਦੇ 9 ਦਾ ਜ਼ੋਰ ਪੈ ਗਿਆ ਤੇ ਉਹਨੇ ਰੱਜ ਕੇ 8 ਨੂੰ ਦਬਾਇਆ, ਤੇ 8 ਨੇ ਆਖਿਆ ਵੀ ਚੱਲ ਤੂੰ ਮੈਨੂੰ ਦਬਾ ਲਾ, ਆਪਾਂ ਥੱਲੇ ਵਾਲੇ ਨੂੰ ਦਬਾਉਣੇ। ਇੱਦਾਂ ਹੀ ਹੁੰਦਾ ਨਾ ਅਜੇ ਵੀ ਜਿਹੜਾ ਵੱਡਾ ਉਹ ਆਪਣੇ ਤੋਂ ਥੱਲੇ ਵਾਲੇ ਨੂੰ, ਜਿਹੜਾ ਸਾਰਿਆਂ ਤੋਂ ਥੱਲੇ ਵਾਲਾ ਥੱਲੇ ਨੂੰ ਦਬਾਈਦਾ ਆਪਾਂ ਆਪਣੇ ਤੋਂ ਛੋਟੇ ਨੂੰ। ਜਿਹਨੇ ਪਤਾ ਅੱਗੋਂ ਮੁੱਕੀ ਫੇਰ ਨਹੀਂ, ਉਧਰ ਨੂੰ ਕੋਈ ਨਹੀਂ ਮੂੰਹ ਕਰਦਾ, ਕਹਿੰਦਾ ਹੱਥਾਂ ਬਾਜ਼ ਕਰਾ ਰਿਹਾ, ਵੈਰੀ ਸੂਤ ਨਹੀਂ ਆਉਂਦਾ। ਤੋ ਕਹਿੰਦੇ 9 ਨੇ 8 ਨੂੰ ਦਬਾਇਆ। ਬਾਤ ਬੜੀ ਪਿਆਰੀ ਹੈ। 8 ਨੇ ਫਿਰ ਵੇਖਿਆ ਵੀ ਆਪਾਂ ਕਿਹਨੂੰ ਦਬਾਈ, ਉਹਨੇ 7 ਨੂੰ ਦਬਾਇਆ। ਤੇ 7 ਨੇ ਆਖਿਆ ਕੋਈ ਨਹੀਂ ਆਪਣੇ ਥੱਲੇ ਵੀ ਹੈਗਾ, ਉਹਨੇ 6 ਨੂੰ ਦਬਾਇਆ। ਤੇ 6 ਨੇ ਫਿਰ ਬੋਲੀ ਚਲੋ 5 ਨੂੰ ਦਬਾਇਆ। ਤੇ 5 ਨੇ ਆਖਿਆ ਇੱਕ ਹੋਰ ਹੈ, 4 ਨੂੰ ਦਬਾਇਆ। 4 ਨੇ ਆਖਿਆ ਆਪਾਂ ਵੀ ਅਜੇ 3 ਥੱਲੇ ਹੋਰ ਹੈਗੇ। ਤੇ 3 ਨੇ 2 ਨੂੰ ਦਬਾਇਆ, ਤੇ 2 ਨੇ 1 ਨੂੰ ਦਬਾਇਆ। ਤੇ ਹੁਣ 1 ਦੇ ਮਗਰ ਕੀ ਆ? 0। ਹੁਣ ਧਿਆਨ ਦੇਣਾ, ਕੁਝ ਲੱਭਿਓ ਇਸ ਗਿਣਤੀ ਚੋਂ। ਤੇ ਜਦੋਂ 1 ਨੂੰ 2 ਨੇ ਦਬਾਇਆ ਤੇ 2 ਹੱਸਿਆ, ਕਹਿੰਦਾ ਤੂੰ ਕਿਹਨੂੰ ਦਬਾਵੇਂਗਾ? ਤੇ 1 ਨੇ ਆਖਿਆ ਮੈਂ ਦੁਨੀਆ 'ਚ ਦਬਾਉਣ ਨਹੀਂ ਆਇਆ, ਮੈਂ ਮਿਲਾਉਣ ਆਇਆ ਏ। ਮੈਂ ਦਬਾਉਣ ਨਹੀਂ ਆਇਆ, ਮੈਂ ਮਿਲਾਉਣ ਆਇਆ ਏ। 1 ਦੇ ਵਿੱਚ ਨਿਮਰਤਾ ਇੰਨੀ ਸੀ। ਅੱਜ ਵੀ ਜਿਹੜੇ 1 ਦੇ ਪੁਜਾਰੀ ਹੈ ਨਾ, ਇੱਕ ਬੇੜੀ 'ਚ ਬੈਠੇ ਭਾਵਨਾ ਨਾ, ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰਦਾ। 1 ਨੇ ਆਖਿਆ ਮੈਂ ਦਬਾਉਣਾ ਨਹੀਂ, ਮੈਂ ਮਿਲਾਉਣਾ ਏ। ਬੋਲੋ ਜੀ, ਮੈਂ ਦਬਾਉਣਾ ਨਹੀਂ। ਅੱਜ ਦੁਨੀਆ ਦਬਾਉਂਦੀ ਹੈ। ਮੈਂ ਚਾਹੁੰਦਾ ਮੇਰਾ ਦਬਕਾ ਚੱਲੇ, ਇਹ ਕਹਿੰਦਾ ਮੇਰਾ ਚੱਲੇ, ਉਹ ਕਹਿੰਦਾ ਮੇਰਾ ਚੱਲੇ, ਸਾਰੇ ਦਬਾਉਂਦੇ ਐ, ਮਿਲਾਉਣਾ ਕੋਈ ਨਹੀਂ ਚਾਹੁੰਦਾ। 1 ਨੇ ਆਖਿਆ ਮੈਂ ਦਬਾਉਣਾ ਨਹੀਂ, ਮੈਂ ਮਿਲਾਉਣਾ ਏ। ਤੇ ਉਸ ਵੇਲੇ 1 ਨੇ ਫਿਰ ਹੱਥ ਜੋੜੇ, ਕਿਉਂਕਿ ਜਿਹੜੇ 1 ਨੂੰ ਮੰਨਦੇ ਹੱਥ ਜੋੜਦੇ ਆ ਨਾ। ਜਿਹੜਾ ਬੰਦਾ ਰੱਬ ਨੂੰ ਮੰਨਦਾ ਨਾ, ਉਹਦੇ ਹੱਥ ਨਹੀਂ ਕਦੇ ਵੀ ਜੁੜਦੇ, ਉਹ ਇਦਾਂ ਹੀ ਰਹਿੰਦਾ। ਤੇ ਜਿਹੜਾ ਮੰਨਣ ਵਾਲਾ ਉਹ ਇਦਾਂ ਰਹੂਗਾ। 1 ਨੇ ਹੱਥ ਜੋੜੇ ਤੇ ਆਸੇ ਪਾਸੇ ਵੇਖਿਆ ਵੀ 9 ਵੀ ਹੰਕਾਰੀ, 8 ਵੀ ਬੋਲੀ ਚਲੋ ਹੰਕਾਰੀ, 7 ਵੀ, 6 ਵੀ, 5 ਵੀ, 4 ਵੀ, 3 ਵੀ, 2 ਵੀ ਹੰਕਾਰੀ। ਤੇ 1 ਦੀ ਨਿਕਾਹ ਕਿੱਥੇ ਪਈ? ਇੱਕ ਕੋਨੇ 'ਚ ਕੋਈ 0 ਬਣਿਆ ਬੈਠਾ। ਹੋ ਪਿੱਛੇ ਕੋਨੇ 'ਚ ਕੋਈ 0 ਬਣਿਆ ਬੈਠਾ, ਜਿਹਨੇ ਇਦਾਂ ਸਿਰ ਥੱਲੇ ਵਾੜਿਆ, ਉੱਤੇ ਕੱਪੜਾ ਲਿਆ ਤੇ ਲੋਕ ਕੇ ਬੈਠਾ। ਸਮਝ ਗਏ ਹੋਗੇ? ਅੱਜ ਵੀ ਹਜੂਰ ਸਾਹਿਬ ਟਰੱਕ ਲੱਦਿਆ ਦੇਸੀ ਘਿਓ ਦਾ, ਚਾਬੀ ਵੀ ਵਿੱਚੇ, ਨਾਮ ਨਹੀਂ ਦੱਸ ਕੇ ਗਿਆ ਕੋਈ, ਇਹਨੂੰ ਕਹਿੰਦੇ 0। ਹਾਂਜੀ। ਤੇ 1 ਨੇ ਵੇਖਿਆ ਦਾਲੇ ਦੁਆਲੇ ਘੁੰਮ ਕੇ, ਉਹਨੂੰ ਇੱਕ 0 ਮਿਲਿਆ। 1 ਉਹਦੇ ਕੋਲ ਗਿਆ, 0 ਨੂੰ ਪੁੱਛਿਆ ਤੂੰ ਇਕੱਠਾ ਕਿਉਂ ਹੋਇਆ? ਕਿਉਂਕਿ ਜਿਹੜਾ ਹੈ ਹੀ ਗਰੀਬ 0 ਹੈ, ਉਹ ਵਿਚਾਰਾ ਇਦਾਂ। 0 ਨੇ ਕਿਹਾ ਮੈਨੂੰ ਦਵਾਈ ਨਾ। ਕਹਿੰਦਾ ਨਹੀਂ ਭੈਣੇ, ਮੈਂ ਤੈਨੂੰ ਦਵਾਉਣ ਨਹੀਂ ਆਇਆ, ਤੂੰ ਮੈਨੂੰ ਵੀਰ ਬਣਾਵੇਂਗੀ। ਧਿਆਨ ਦੇ, ਬਹੁਤ ਕੁਝ ਇਸ ਗਿਣਤੀ ਚੋਂ ਨਿਕਲਣਾ। ਇਹ ਮੈਂ ਪੜ੍ਹਿਆ ਕਿਤੋਂ ਨਹੀਂ, ਬੈਠੇ ਬੈਠੇ ਬਣਾਇਆ। ਅੱਜ ਪਾਠ ਕਰਕੇ ਤੇ ਕਮਰੇ 'ਚ ਪੜ੍ਹ ਰਹੇ ਸੀ ਤੇ ਇੱਕ ਫੁਰਨਾ ਜਿਹਾ ਬਣ ਗਿਆ। ਕਈ ਵਾਰੀ ਅੰਦਰਲੀ ਗੱਲ ਆ ਜਾਂਦੀ, ਕਿਤਾਬਾਂ 'ਚ ਨਹੀਂ ਮਿਲਦੀ, ਕਿਉਂਕਿ ਕਿਤਾਬਾਂ ਵੀ ਵਿਦਵਾਨਾਂ ਨੇ ਲਿਖੀਆਂ, ਉਹ ਵੀ ਗੁਰੂ ਕਿਰਪਾ ਕਰਦਾ। ਤੇ ਉਹਨੇ ਕਿਹਾ, ਕਹਿਣ ਲੱਗੇ ਭੈਣੇ ਡਰਨਾ, ਮੈਂ ਤੈਨੂੰ ਦਬਾਉਣ ਨਹੀਂ ਆਇਆ, ਆਪਣੀ ਭੈਣ ਬਣਾਉਣ ਆਇਆ। ਬਣੇਗੀ ਭੈਣ? 0 ਨੂੰ ਖੁਸ਼ੀ ਚੜ੍ਹ ਗਈ। ਕਹਿਣ ਲੱਗੀ ਦੱਸ ਵੀਰਾ ਕਰਨਾ ਕੀ ਹੈ? ਕਹਿੰਦਾ ਭੈਣੇ ਕਰਨਾ ਕੁਝ ਨਹੀਂ, ਇੱਕ ਵਾਰੀ ਉੱਠ ਕੇ ਆਪਣੇ ਵੀਰ ਦੇ ਲਾਗੇ ਖੜੋ ਜਾ। ਧਿਆਨ ਦਿਆ ਜੀ, ਇੱਦਾਂ ਦਾ ਬਣ ਜਿਓ ਤੁਹਾਨੂੰ ਕੋਈ ਜੰਮਿਆ ਨਹੀਂ ਡੇਗ ਜੇ। ਦੁਨੀਆ ਦਾ ਰਾਜ ਲੈ ਸਕਦੇ ਆਪਾਂ ਕਿਉਂ ਨਹੀਂ ਕਰਦੇ? ਕਿਉਂਕਿ ਆਪਣੇ ਖੱਬੇ ਸੱਜੇ ਵਾਲੇ ਹੀ ਆਪਾਂ ਨੂੰ ਮਾਰੀ ਜਾਂਦੇ। ਕਹਿੰਦੇ ਤੂੰ ਕਰਨਾ ਕੁਛ ਨਹੀਂ ਭੈਣੇ, ਇੱਕ ਵਾਰੀ ਆਦੇ ਵੀਰ ਨਾਲ ਖੜੋ ਜਾ। ਤੇ ਜਦੋਂ ਭੈਣ ਸੱਚੇ ਦਿਲੋਂ ਆਪਣੇ ਵੀਰ ਦੇ ਸੱਜੇ ਪਾਸੇ ਖੜੋਤੀ ਨਾ, 10 ਬਣ ਗਏ। ਆਖੋ ਸਤਨਾਮ। ਜਦੋਂ 0 ਤੇ 1 ਦਾ ਪਿਆਰ ਬਣਿਆ ਤੇ ਗਿਣਤੀ ਹੋ ਗਈ 10। ਤੇ ਜਿਹੜਾ 9 ਹੰਕਾਰੀ ਸੀ ਉਹਨੂੰ ਦੰਦਲ ਪੈ ਗਈ। ਕਿਉਂਕਿ ਇਹ ਬੜੀ ਵੱਡੀ ਸਿੱਖਿਆ ਏ, ਜਿਹੜਾ ਬੰਦਾ 0 ਨੂੰ ਨਾਲ ਲੈ ਕੇ ਚੱਲੂਗਾ ਉਹਨੂੰ ਕੋਈ ਦਬਾ ਨਹੀਂ ਸਕਦਾ।
ਤੇ ਜਿਹੜਾ ਜ਼ੀਰੋ ਹੋ ਜਾਊਗਾ ਇੱਕ ਖੜੋਂਦਾ ਹੀ ਉਹਦੇ ਨਾਲ ਹੈ। ਸਮਝ ਗਏ ਹੋਵੋਗੇ ਵੀ ਆਪਣੇ ਆਪ ਨੂੰ ਇੰਨਾ ਕੁ ਨਿਮਰਤਾ ਚ ਲਿਓ, ਫਿਰ ਤੁਸੀਂ ਪੜ੍ਹਨਾ ਏ ਸਰਨ ਤੁਮਾਰੀ ਆਇਓ। ਤੇ ਜਿੰਨੇ ਵੀ ਜ਼ੀਰੋ ਹੋ ਗਏ ਫਿਰ ਬਾਬਾ ਨਾਨਕ ਉਹਨਾਂ ਦੇ ਨਾਲ ਖੜੋਂਦਾ ਰਿਹਾ। ਜਿੱਥੇ ਜਿੱਥੇ ਵੀ ਲੋੜਾਂ ਪਈਆਂ ਬਾਬਾ ਨਾਲ ਖੜੋਤਾ। ਇਹ 'ਚ ਕੋਈ ਸ਼ੱਕ ਨਹੀਂ ਹੈ, ਭਾਵੇਂ ਮੈਂ ਗਲਤ ਹੋਵਾਂ ਜਾਂ ਸਹੀ। ਕਿਸੇ ਨੇ ਅੱਜ ਪਾਇਆ ਸੀ, ਤੁਹਾਨੂੰ ਸਭ ਨੂੰ ਪਤਾ ਹੈ ਕਿ ਮੌਜੂਦਾ ਜਿਹੜਾ ਦੇਸ਼ ਦਾ ਕਿੰਨੇ ਉੱਚੇ ਅਹੁਦੇ ਤੇ ਬਹਿਣ ਵਾਲਾ, ਮੈਂ ਉਸ ਪਾਸੇ ਨਹੀਂ ਆਪਣਾ ਵਿਸ਼ਾ ਰੱਖਣਾ, ਤਾਂ ਨਾਂ ਨਹੀਂ ਕਿਸੇ ਦਾ ਲੈਣਾ। ਪਰ ਇੱਕ ਚੀਜ਼ ਨੋਟ ਕਰਿਓ, ਕਿਸੇ ਵਕਤ ਉਹਨੇ ਗੁੜਕਾ ਸਾਹਿਬ ਲੈ ਕੇ ਇਦਾਂ ਕੀਤਾ ਸੀ ਨਾ, ਕੀਤਾ ਸੀ ਕਿ ਨਹੀਂ ਕੀਤਾ ਸੀ। ਅੱਜ ਭਾਵੇਂ ਉਹਦੀ ਖੁਸ਼ੀ ਲਾ ਲਓ, ਉਹਦੀ ਮਰਜ਼ੀ ਲਾ ਲਓ, ਜਾਂ ਕੋਈ ਅੰਦਰੂਨੀ ਦਬਾਅ ਲਾ ਲਓ, ਅੱਜ ਆਪਣੇ ਆਪ ਅਰਸ਼ ਤੇ ਬੈਠਾ ਹੋਇਆ, ਫਰਸ਼ ਤੇ। ਇਹਨੂੰ ਐਵੇਂ ਨਹੀਂ ਸਜਦੇ ਹੁੰਦੇ, ਐਵੇਂ ਨਹੀਂ ਚੌਰ ਹੁੰਦੇ। ਮੈਂ ਤਾਂ ਤਰਲੇ ਲੈਣਾ ਸਿੱਖੋ, ਆਪਣੀ ਇੱਕ ਦੂਜੇ ਦੀ ਨਿੱਜੀ ਦੁਸ਼ਮਣੀ 'ਚ ਗੁਰੂ ਦਾ ਨਾਂ ਬਦਨਾਮ ਨਾ ਕਰਿਆ ਕਰੋ। ਅੱਜ ਆਪਣੀ ਲੋੜ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟਾ ਕੀਤਾ ਜਾਂਦਾ। ਅੰਗਮ ਬਾਪੂ ਤੇ ਉਦਣ ਨਹੀਂ ਘਬਰਾਇਆ ਜਿੱਦਣ ਮਹਾਰਾਜ ਦੇ ਸਰੀਰ ਦੇ ਟੁਕੜੇ ਕੀਤੇ ਗਏ। ਧੜ ਮਹਾਰਾਜ ਦਾ ਦਿੱਲੀ 'ਚ ਸੰਸਕਾਰ ਹੁੰਦਾ ਸੀ, ਲੱਖੀ ਸ਼ਾਹ ਵਣਜਾਰੇ ਦੇ ਘਰ, ਤੇ ਸੀਸ ਆਨੰਦਪੁਰ ਦੀ ਧਰਤੀ ਤੇ ਉਦਣ ਵੀ ਟੁਕੜੇ ਹੋਏ ਸੀ। ਪਰ ਜਿਨ੍ਹਾਂ ਨੇ ਕੀਤੇ ਸੀ ਉਹਨਾਂ ਦਾ ਵਜੂਦ ਨਹੀਂ ਲੱਭਾ। ਇਸੇ ਤਰ੍ਹਾਂ ਇਹ ਜਿਹੜੀ ਚੱਕੀ ਗੁਰੂ ਨਾਨਕ ਦੀ ਚੱਲਦੀ ਹੈ, ਚੱਲਦੀ ਥੋੜੀ ਜਿਹੀ ਹੌਲੀ ਹੈ, ਪਰ ਪੀਂਦੀ ਬੜਾ ਬਰੀਕ ਹੈ। ਇਹ ਮਤਾਂ ਕੋਈ ਸੋਚੇ ਵੀ ਬਾਬਾ ਬਸ ਰੁਮਾਲਾ ਪਾਤਾ, ਗੁਰੂ ਸਾਹਿਬ ਕਿਹੜਾ ਬੋਲਦੇ ਆ। ਇਹ ਠੀਕ ਹਸਤੀ ਇਹਦੀ ਬੜੀ ਟਿਕੀ ਹੋਈ ਹੈ, ਪਰ ਇਹਨੂੰ ਐਵੇਂ ਨਹੀਂ ਕਹਿੰਦੇ ਸਭ ਤੇ ਵੱਡਾ ਜਿਨ ਕਲ। ਧੰਨ ਗੁਰੂ ਨਾਨਕ ਦੀ ਕਥਾ ਥੋੜੀ ਜੀ ਦਰਸ਼ਨ ਕਰੀਏ ਜੀ। ਜਿਉ ਬਿਨ ਸਤਿਗੁਰ ਤੇ ਰਖਵਾਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਸਾਰੀ ਲੁਕਾਈ ਦਾ ਰਾਖੀ ਕਰਨ ਵਾਲੇ, ਸਾਰਿਆਂ ਨੂੰ ਰੋਜੀ ਦੇਣ ਵਾਲੇ। ਜਗਿਆ ਸੀ ਕੋ ਕਰਤ ਵਿਕਾਰਾ। ਔਰ ਦੀਨ ਦੁਨੀਆ ਦੇ ਮਾਲਕ, ਜਿਹੜੇ ਕੁਦਰਤ ਦੇ ਆਪ ਰਖਵਾਲੇ ਨੇ। ਕਿਤਨੀ ਵੀ ਠੰਡ ਹੋਵੇ, ਸਰਦੀ ਹੋਵੇ, ਗੁਰੂ ਨਾਨਕ ਸਾਹਿਬ ਦਾ ਕੋਈ ਨਾਂ ਜਪੇ ਤੇ ਦੂਰ ਹੋ ਜਾਂਦੀ ਹੈ। ਸ਼ਾਇਦ ਪਰਸੋਂ ਕਿ ਚੌਥ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ, ਦੀਵੇ ਤੋਂ ਦੀਵਾ ਜਗਦਾ। ਹੁਣ ਆ ਦੀਵਾਲੀ ਆਉਣੀ ਨਾ, ਤੇ ਤੁਸੀਂ ਜਿੰਨੇ ਵੀ ਦੀਵੇ ਜਗਾਉਣੇ ਜੇ, ਉਨੀ ਵਾਰੀ ਡੱਬੀ ਯੂਜ ਨਹੀਂ ਕਰੋਗੇ। ਇੱਕ ਦੀਵਾ ਬੋਲੋ ਜਗਾਓਗੇ। ਦੀਵੇ ਤੋਂ ਦੀਵਾ ਜਗਾਇਓ, ਪਰ ਦੀਵੇ ਤੋਂ ਅੱਗ ਨਾ ਲਾਇਓ। ਇਹ ਕੰਮ ਆਪਣੇ 'ਚ ਜ਼ਿਆਦਾ ਏ। ਦੀਵਾਲੀ ਹੁੰਦੀ ਹੈ ਤੇ ਦੀਵਾਲੀ ਦੇ ਵਿੱਚ ਇੱਕ ਦੀਵਾ ਜਗਾਇਆ ਜਾਂਦਾ, ਫਿਰ ਉਹਦੇ ਤੋਂ ਸਾਰੇ ਮਾਫੀ ਦੇਣੀ। ਗੁਰੂ ਨਾਨਕ ਸੂਰਜਾਂ ਦੇ ਸੂਰਜ 1469 ਨੂੰ ਇੱਕ ਦੀਪਕ ਆਏ, ਚੌਮੁਖੀਆ ਦੀਵਾ ਜਗਦਾ ਸੀ ਮਾਤਾ ਤ੍ਰਿਪਤਾ ਦੇ ਰੂਮ ਦੇ ਵਿੱਚ। ਪਰ ਜਦੋਂ ਸੱਚ ਦਾ ਦੀਵਾ ਪ੍ਰਗਟ ਹੋਇਆ ਤੇ ਉਸ 4 ਬੱਤੀਆਂ ਵਾਲੇ ਦੀਵੇ ਦੀ ਰੌਸ਼ਨੀ ਮੱਠੀ ਪੈ ਗਈ। ਉਹ ਰੌਸ਼ਨੀ ਬੁਲੰਦ ਹੋ ਗਈ ਕਮਰੇ ਚੋਂ। ਕੀ ਉਸ ਰੌਸ਼ਨੀ ਨੇ ਕੱਲਾ ਕਮਰਾ ਹੀ ਨਹੀਂ, ਹਾਂਜੀ, ਉਸ ਰੌਸ਼ਨੀ ਨੇ ਪੂਰਾ ਕਮਰਾ ਬੇਬੇ ਦਾ ਨਹੀਂ, ਪੂਰਾ ਵਰਲਡ ਰੋਸ਼ਨਾਈ ਕਰ ਦਿੱਤਾ। ਗੁਰਬਾਣੀ ਇਸ ਜਗ ਮੈਂ ਚਾਨਣ। 1430 ਅੰਗ ਗੁਰੂ ਨਾਨਕ ਦੇ ਕੇ ਗਏ, 10 ਜਾਮਿਆਂ 'ਚ ਵਰਤ ਕੇ। ਔਰ ਇੰਨਾ ਕਿ ਚਾਨਣ ਹੈ ਵੀ ਜਦੋਂ ਹਨੇਰੇ 'ਚ ਗੱਡੀ ਚਲਾਈਏ ਤੇ ਹਨੇਰੇ 'ਚ ਦੀਦਾ ਕੁਛ ਨਹੀਂ ਦਿਸਦਾ। ਕਦੋਂ ਹੈ? ਜਦੋਂ ਲਾਈਟ। ਤੇ ਗੁਰਬਾਣੀ ਚਾਨਣ ਕਿਉਂ ਹੈ? ਕਿਉਂਕਿ ਗੁਰਬਾਣੀ ਦੱਸਦੀ ਹੈ ਕਿ ਬੰਦਿਆ ਤੇਰੀ 70 ਸਾਲ ਉਮਰ ਹੈ, ਜਿਹਦੇ 'ਚੋਂ 50 ਹੋ ਗਈ ਹੈ, ਤੇ ਮਗਰ ਕੀ ਰਹਿ ਗਿਆ? ਤੇ ਤੈਨੂੰ ਅਜੇ ਵੀ ਨਹੀਂ ਲੱਗਣ ਦਈ। 10 ਬਾਲਤਨ 20 ਰਮਣ 30 ਕਾ, ਸੁੰਦਰ ਕਹਾਵੇ 40 ਪੁਰ ਹੋਏ, ਪੱਗ ਖਿੱਸੈ 60 ਕੇ, 17 ਕਾ ਮਤਹੀਨ 80 ਖਾ। ਮਹਾਰਾਜ ਦੀ ਚਾਨਣ ਦੇ ਰਹੇ ਆ ਵੀ ਬੰਦਾ ਬਣ ਜਾ ਓਏ। ਤੇਰੇ ਸਾਹਮਣੇ ਕਿੰਨਿਆਂ ਦੇ ਭੋਗ ਪੈ ਗਏ, ਅੱਜ ਨਾ ਕੋਈ ਨਹੀਂ, ਤੇਰੇ ਕੋਲ ਥੋੜਾ ਜਿਹਾ ਟਾਈਮ ਬਚਿਆ। ਕਬੀਰ ਏਕ ਘਰੀ ਆਦੀ ਕਰੀ, ਇਸ ਕਰਕੇ ਚੁੱਪ ਕਰਕੇ ਆ ਜਾ। ਵਾਹਿਗੁਰੂ 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 ਵਾਹਿਗੁਰੂ।
ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਕਰ ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਕਰ ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਕਰ ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ। 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 ਕਰ ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਕਰ ਸਾਈ ਸਿਉ ਪਿਰ ਹੜੀ, ਕਰ ਸਾਈ ਸਿਉ ਪਿਰ ਹੜੀ। ਇਹ ਕਿਹਨਾਂ ਦੀ ਬਾਣੀ ਭਲਾ? ਬਾਬਾ ਫਰੀਦ ਸਾਹਿਬ। ਇੱਕੋ ਹੀ ਸ਼ਲੋਕ ਪੜਿਆ ਤੇ ਦੁਨੀਆ ਭੁੱਲ ਗਈ। ਪਰ ਇਸ ਮਹਾਂਪੁਰਖ ਦਾ ਥੋੜਾ ਜਿਹਾ ਜ਼ਿਕਰ ਕਰੀਏ, ਕਿਉਂਕਿ ਐਤਵਾਰ ਹੈ। ਲੜੀਵਾਰ ਕਥਾ ਜਿਹੜੀ ਹੈ ਮਹਾਰਾਜ ਜੀ ਦੀ, ਉਹ ਰੋਜ਼ ਦੇ ਪੱਕੇ ਸਰੋਤੇ ਜਿਹੜੇ ਉਹਨਾਂ ਨੂੰ ਸਮਝ ਆਉਣ, ਕਿਉਂਕਿ ਜੇ ਲੜੀ ਆਰੰਭ ਹੋਈ ਹੈ, ਅੱਗੇ ਜਾ ਕੇ ਸੱਚਾ ਸੌਦਾ ਕਰਨਾ, ਖਰਾ ਸੌਦਾ। ਤੋ ਆਪਾਂ ਇੱਧਰ ਨੂੰ ਵਿਸ਼ਾ, ਕਿਉਂਕਿ ਸੰਗਤ ਸੁਣ ਰਹੀ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਬਾਬਾ ਫਰੀਦ ਸਾਹਿਬ ਦੀ ਮਾਂ ਦਾ ਬੜਾ ਵੱਡਾ ਯੋਗਦਾਨ ਹੈ। ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਸੂਝਵਾਨ ਨੇ, ਉਹ ਬੱਚੇ ਵੀ, ਬੋਲੋ ਜੀ, ਸੂਝਵਾਨ ਨੇ। ਤੇ ਅੱਜ ਮੈਂ ਕਈ ਘਰਾਂ 'ਚ ਵੇਖਿਆ ਵੀ ਛੋਟਾ ਜਿਹਾ ਬੱਚਾ ਤਰਲੇ ਲੈਂਦਾ, ਬੀਬੀ, ਦਾਦੀ, ਬਾਪੂ ਗੁਰਦੁਆਰੇ ਜਾਣਾ। ਇੱਕ ਨਿੱਕਾ ਜਿਹਾ ਬੱਚਾ ਤਰਲੇ ਲੈਂਦਾ, ਗੁਰਦੁਆਰੇ ਜਾਣਾ ਏ। ਮੈਂ ਕਹਿੰਦਾ ਬਾਕੀ ਮੈਨੂੰ ਪਤਾ ਨਹੀਂ। ਆ ਜਿਹੜੇ ਇੱਥੇ 3-4 ਛੋਟੇ ਜਿਹੇ ਬੱਚੇ ਨਾ,
ਇਹਨਾਂ ਦੀਆਂ ਸੀਸਾਂ ਮੈਨੂੰ ਬਚਾਈ ਜਾਂਦੀਆਂ। ਇਹ ਸੱਚ ਹੈ, ਕਿਉਂਕਿ ਦੁਨੀਆ ਇੱਕ ਬਾਜ਼ੀਗਰ ਹੈ। ਬਾਜ਼ੀਆਂ ਪਲਟਦੀਆਂ, ਵੇਖੋ ਵੱਡੇ ਵੱਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਪਲਟ ਜਾਂਦੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿੰਨਾ ਜਲੂਸ ਨਿਕਲਿਆ ਨਾ ਮੇਰਾ, ਤੇ ਇਹ ਜਿਹੜੇ ਛੋਟੇ 3-4 ਬੱਚੇ ਆ, ਮੈਂ ਕਥਾ ਤੋਂ ਅਕਸਰ ਉੱਠਦਾ ਤੇ ਭੱਜ ਕੇ ਮੇਰੀ ਗੋਦੀ 'ਚ ਬਹਿ ਜਾਂਦੇ। ਜੇ ਮੈਂ 2 ਦਿਨ ਨਾ ਆਵਾ ਤੇ ਘਰ ਦੇ ਦੱਸਦੇ ਵੀ ਉਹ ਬਾਹਰ ਤੁਰੇ ਫਿਰਦੇ ਰਹਿੰਦੇ, ਕਹਿੰਦੇ ਉਹ ਕਿੱਥੇ ਹੈ। ਇਹਨਾਂ ਨੂੰ ਤੇ ਪਤਾ ਕੋਈ ਨਹੀਂ ਮੇਰੇ ਕੋਲ ਰਿਸ਼ਤੇਦਾਰ ਹੈ, ਪਰ ਗੁਰਬਾਣੀ ਦੇ ਅਕੋਰਡਿੰਗ ਬੱਚਾ ਰੱਬ ਹੈ। ਔਰ ਇਹ ਸੀਸ ਹੁੰਦੀ ਹੈ ਜੀ ਕੋਈ ਕਿਸੇ ਰੂਪ 'ਚ ਦਿੰਦਾ ਹੋ ਕੇ, ਨਹੀਂ ਤੇ ਜਿੱਦਾਂ ਸਮੇਂ ਦੀ ਤਿਲਕਣਬਾਜ਼ੀ ਆ ਮਿੱਤਰੋ, ਬੜੇ ਬੜੇ ਰੁਲ ਗਏ। ਹੋ ਸਕਦਾ ਰੁਲ ਜਾਂਦੇ, ਗਲਤੀਆਂ ਕਿਤੋਂ ਨਹੀਂ ਹੁੰਦੀਆਂ। ਇਨਸਾਨ ਗਲਤੀਆਂ ਦਾ ਪੁਤਲਾ ਏ, ਕਿਸੇ ਦਾ ਵੀ ਪੈਰ ਤਿਲਕ ਸਕਦਾ। ਚਲੋ ਭਲਾ ਹੋਵੇ ਸਾਰਿਆਂ ਦਾ। ਆਪਾਂ ਤਾਂ ਇਹੋ ਹੀ ਕਹਿੰਦੇ ਨਾਨਕ ਨਾਮ ਤੇਰੇ ਭਾਣੇ। ਧੰਨ ਬਾਬਾ ਫਰੀਦ ਸਾਹਿਬ ਦੀ ਮਾਂ ਨਮਾਜ਼ੀ ਸੀ, ਤੇ ਬਾਬੇ ਫਰੀਦ ਨੇ ਆਖਿਆ ਅੰਮੀ ਜਾਨ, ਪੋਲੇ ਸ਼ਬਦਾਂ ਨਾਲ ਬੱਚੇ ਵੈਸੇ ਪਿਆਰੇ ਆ, ਕਹਿੰਦੇ ਅੰਮੀ ਜਾਨ ਤੁਸੀਂ ਕੀ ਰੋਜ਼ ਪੋਥੀ 'ਚ ਪੜ੍ਹਦੇ ਹੋ। ਆਹਾ, ਤੇ ਮਾਂ ਨੇ ਪੜ੍ਹ ਕੇ ਨਮਾਜ਼ ਬਹੁਤ ਸੋਹਣੇ ਸੀ, ਵੈਸੇ ਵੀ ਮੁਸਲਮਾਨ ਲੋਕਾਂ ਤੇ ਨੂਰ ਬੜਾਏ। ਤੇ ਉਹਨੇ ਫਿਰ ਆਪਣਾ ਮਸੱਲਾ ਚੁੱਕਿਆ ਤੇ ਹੱਥ ਧੋ ਕੇ ਬਾਬੇ ਫਰੀਦ ਨੂੰ ਗਲਵੱਕੜੀ ਪਾਈ, ਮੱਥਾ ਚੁੰਮਿਆ। ਮੱਥਾ ਚੁੰਮ ਕੇ ਕਹਿਣ ਲੱਗੀ, ਫਰੀਦ ਅੱਜ ਕਿਉਂ ਪੁੱਛਿਆ ਏ। ਕਹਿੰਦੇ ਅੰਮੀ ਤੂੰ ਰੋਜ਼ ਇਦਾਂ ਕਰਕੇ ਕੀ ਕਰਦੀ ਰਹਿੰਦੀ ਹੈ। ਕਹਿੰਦੇ ਬੇਟਾ ਫਰੀਦ ਮੈਂ ਨਮਾਜ਼ ਪੜ੍ਹਦੀ ਹਾਂ। ਕਹਿੰਦੇ ਨਮਾਜ਼ ਵਿੱਚ ਕੀ ਹੈ। ਹੁਣ ਤੁਸੀਂ ਕਥਾ ਸੁਣਦੇ ਗੁਰਬਾਣੀ, ਤੁਹਾਡੇ ਬੱਚੇ ਪੁੱਛਣਗੇ ਜੇ ਪੜ੍ਹੋਗੇ ਜੀ ਇਹ ਰੋਜ਼ ਤੁਸੀਂ ਗੁਟਕਾ ਸਾਹਿਬ ਪੜ੍ਹਦੇ ਇਹ 'ਚ ਕੀ ਹੈ, ਫਿਰ ਜਵਾਬ ਤੁਸੀਂ ਦੇਣਾ ਹੈ। ਮਾਂ ਕਹਿਣ ਲੱਗੀ ਵਾਹ ਪੁੱਤ ਇੰਨਾ ਸੋਹਣਾ, ਕਿਉਂਕਿ ਜਿਹਦੇ ਘਰ ਮਾਸ ਰਿੱਝਦਾ ਉਹਦੇ ਬੱਚੇ ਨੇ ਮਾਸ ਬਣਾਉਣਾ ਸਿੱਖ ਲੈਣਾ। ਜਿਹਦੇ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਹੈ ਉਹਨੇ ਉਹ ਸਿੱਖ ਲੈਣਾ। ਜਿਹਦੇ ਘਰ ਦੇ ਵਿੱਚ ਹਲਵਾਈ ਉਹਨੇ ਉਹ ਸਿੱਖ ਲੈਣਾ ਏ। ਜਿਹਦੇ ਘਰ ਦੇ ਵਿੱਚ ਡਾਕਟਰ ਉਹਨੇ ਦਵਾਈ ਦਾ ਕੰਮ ਸਿੱਖ ਲੈਣਾ ਏ। ਜਿਹੜਾ ਮਰਾਸੀ ਉਹਨੇ ਵਧਾਈ ਦਾ ਸਿੱਖ ਲੈਣਾ ਏ। ਪਰ ਜਿਸ ਘਰ 'ਚ ਗੁਰਬਾਣੀ ਉਹਨੇ ਗੁਰੂ ਨਾਨਕ ਦਾ ਰਸਤਾ ਸਿੱਖ ਲੈਣਾ। ਬਾਬੇ ਫਰੀਦ ਨੇ ਆਖਿਆ ਅੰਮੀ ਜਾ ਕੀ ਹੈ ਇਸ ਪੋਥੀ ਦੇ ਵਿੱਚ, ਤੁਸੀਂ ਪੋਥੀ ਸੁਣ ਰਹੇ ਹੋ ਨਾ, ਰੋਜ਼ ਆਉਣੇ ਹੋ, ਕੀ ਹੈ ਇਸ ਪੋਥੀ ਦੇ ਵਿੱਚ। ਕਹਿਣ ਲੱਗੀ ਬੇਟਾ ਫਰੀਦ ਰੌਲਾ ਨਹੀਂ ਪਾਉਣਾ, ਇਸ ਪੋਥੀ ਦੇ ਵਿੱਚ ਨਾ ਖੁਦਾ ਏ। ਹੁਣ ਅੱਜ ਇੱਥੋਂ ਦਾ ਤੇ ਰੌਲਾ ਪੈਂਦੇ ਆ ਵੀ ਜਿਹੜੇ ਹੁਣ ਦੇ ਪ੍ਰਚਾਰਕ ਉਹਨਾਂ ਦਾ ਜ਼ੋਰ ਲੱਗਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਤਾਂ ਇੱਕ, ਵਾਹਿਗੁਰੂ ਮੇਰੇ ਮੁਖ ਨੂੰ ਮਾਫ ਕਰਨ, ਇੱਕ ਕਿਤਾਬ ਦਾ ਦਰਜਾ ਦੇ ਦਿਓ। ਉਹ ਕਹਿ ਦਿੰਦੇ ਆ, ਕਹਿੰਦੇ ਅੱਖਰੀ ਆ ਇਹ ਕਿਹੜੇ ਬੋਲਦੇ ਸਾਹ ਲੈਂਦੇ, ਪਰ ਨਹੀਂ। ਗੁਰੂ ਅਰਜਨ ਸਾਹਿਬ ਨੂੰ ਪੁੱਛੋ ਵੀ ਇਹ ਕੌਣ ਹੈ। ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਸੀ ਗੁਰੂ ਅਰਜਨ ਸਾਹਿਬ ਨੇ ਕਦੇ ਮੰਜੀ ਤੇ ਨਹੀਂ ਸੌਂ ਕੇ ਵੇਖਿਆ। 10ਵੇਂ ਜਾਮੇ 'ਚ ਜਾ ਕੇ ਉਹ ਹਜ਼ੂਰ ਸਾਹਿਬ ਦੀ ਧਰਤੀ ਤੇ ਜਦੋਂ ਮਹਾਰਾਜ ਨੇ 5 ਪੈਸੇ ਨਾਰੀਅਲ ਲੈ ਕੇ, ਰੁਮਾਲਾ ਲੈ ਕੇ ਨਾ ਗੋਡੇ ਮੂਧੇ ਮਾਰ ਕੇ ਜਿੱਦਾਂ ਤੁਸੀਂ ਮੱਥਾ ਟੇਕਦੇ, ਪੂਰੇ 15 ਕੇ 20 ਮਿੰਟ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਗਾਈ ਰੱਖਿਆ। ਬਾਬਾ ਮਣੀ ਸਿੰਘ ਉਸ ਵੇਲੇ ਹੱਡ ਗ੍ਰੰਥੀ ਸੀ, ਗੁਰੂ ਕੀ ਸੰਗਤ ਨਾਲ ਹੈ। ਸਾਰਿਆਂ ਨੇ ਪੁੱਛਿਆ, ਕਹਿੰਦੇ ਬਾਜਾਂ ਵਾਲਿਆ ਤੇਰਾ ਮਸਤਕ, ਤੇਰਾ ਸਿਰ 40 ਸਾਲਾਂ ਦੇ ਸਫ਼ਰ ਦੇ ਵਿੱਚ ਕਿਸੇ ਦੇ ਅੱਗੇ ਝੁਕਿਆ ਨਹੀਂ। 2 ਚੀਜ਼ਾਂ ਹੁੰਦੀਆਂ, ਜਾਂ ਸਿਰ ਝੁਕਾਇਆ ਜਾਂਦਾ ਜਾਂ ਸਿਰ ਕਟਾਇਆ ਜਾਂਦਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 4 ਪਿਸਰ ਥੇ ਗਿਰਾਏ, ਆंसू एक ना गिराया, रुतबा गुरु गोबिंद ने ऋषियों का बढ़ाया। मैं ਤੁਹਾਨੂੰ ਇਹ ਨੇੜੇ ਫੋਨ ਸੁਣੀ ਜਾਂਦੇ, ਵਿੱਚੇ ਉੱਠ ਕੇ ਚੱਲ ਜਾਂਦੇ, ਜੇ ਪਤਾ ਹੀ ਨਹੀਂ ਵੀ ਫਰਮਾਨ ਕਿਹਦਾ ਆ ਰਿਹਾ। ਕਰਦੇ ਆਪਾਂ ਇਦਾਂ ਸਾਰੇ, ਤੇ ਇਹਦਾ ਮਤਲਬ ਹੈ ਜੀ ਪਤਾ ਹੀ ਨਹੀਂ ਲੱਗਾ ਵੀ ਇਹ ਕੌਣ ਹੈ। ਹੁਣ ਜੱਜ ਬੋਲ ਰਿਹਾ ਹੋਵੇ, ਵਕਾਲਤ ਸ਼ੁਰੂ ਹੋ ਜੇ, ਤੇ ਜਿਹੜਾ ਕੈਦੀ ਹੋਵੇ ਜਾਂ ਵਕੀਲ ਕਵੇ ਵੀ ਮੈਂ ਪਾਣੀ ਪੀ ਕੇ ਆਉਣਾ, ਤੇ ਧਾਰਾ ਕਿਹੜੀ ਲੱਗੂ ਭਲਾ, ਵੀ ਕਚਹਿਰੀ ਛੱਡ ਕੇ ਜਾਣਾ। ਕਾਨੂੰਨ ਵੀ ਕੋਈ ਚੀਜ਼ ਹੈ, ਇੱਥੇ ਕੋਈ ਨਹੀਂ ਕਾਨੂੰਨ, ਖੁੱਲਾ ਹੀ ਪੈਰਾ। ਜਦੋਂ ਮਰਜੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਜਦੋਂ ਮਰਜੀ ਉੱਠ ਪਏ। ਗੁਰੂ ਸਾਹਿਬ ਜੋ ਮਰਜੀ ਕਹੀ ਜਾਣ, ਬਾਤ ਵੀ ਕੋਈ ਚੀਜ਼ ਹੈ। ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਡੇ ਮੂਧੇ ਇਦਾਂ ਹੱਥ ਜੋੜੇ ਦਰਸ਼ਨ ਕਰਕੇ ਕਿਉਂ ਜੀ ਸਤਨਾਮ। ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਕੁਝ ਸਮਾਂ ਚੁੱਪ ਰਹੇ। ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਤੇਰੇ ਫਤਿਹ ਸਿੰਘ ਦੇ ਗੋਡੇ ਝਾੜਤੇ, ਤੇਰੇ ਫਤਿਹ ਸਿੰਘ ਨਿੱਕੇ ਜੇ ਦੀ ਸਾਹ ਰਗ ਕੱਟੀ, ਤੂੰ ਜਕਾਰੇ ਛੱਡਦਾ ਰਿਹਾ।
ਤੇਰੇ ਪੁੱਤਰਾਂ ਦੀਆਂ ਆਂਦਰਾਂ ਕੱਢ ਕੇ ਅਗਲਾ ਨੇ ਸੜਕਾਂ ਦੇ ਕਿਨਾਰੇ ਟੰਗ ਦਿੱਤੀਆਂ, ਤੂੰ ਜਕਾਰੇ ਛੱਡਦਾ ਰਿਹਾ, ਪਰ ਤੇਰਾ ਸਿਰ ਨਹੀਂ ਕਿਸੇ ਅੱਗੇ ਝੁਕਿਆ। ਤਾਂ ਹੀ ਮਹਾਰਾਜ ਨੇ ਆਖਿਆ ਵੀ ਇਹ ਸਿਰ ਜਿਹੜਾ ਨਾ, ਇਹ ਉਹਦੀ ਅਮਾਨਤ ਹੈ, ਤੇ ਐਵੇਂ ਨਾ ਜਿੱਥੇ ਮਰਜੀ ਮੱਥਾ ਟੇਕ ਦਿਆ, ਇਹ ਬੜਾ ਕੀਮਤੀ ਹੈ, ਇਹਨੂੰ ਜਿੱਥੇ ਕਿੱਥੇ ਮਰਜੀ ਨਹੀਂ ਰੱਖਣਾ। ਚਲੋ ਜਿੰਨਾ ਚਿਰ ਨਹੀਂ ਪਤਾ ਸੀ ਮੱਥੇ ਟੇਕੇ। ਮੈਂ ਖੁਦ ਵੀ ਤੁਹਾਡੇ ਨਾਲ ਸਾਂਝ ਪਾਉਣਾ ਹੁੰਦਾ ਵੀ ਕਿਹੜੀ ਜਗ੍ਹਾ ਜਿੱਥੇ ਮੈਂ ਦੀਵਾ ਨਹੀਂ ਜਗਾਇਆ, ਕਿਹੜਾ ਸਿਆਣਾ ਜਿਹੜਾ ਮੈਂ ਨਹੀਂ ਵੇਖਿਆ, ਕਿਉਂਕਿ ਮਦਰ ਠੀਕ ਨਹੀਂ ਸੀ, ਚਾਚੇ ਤਾਏ ਉਦੋਂ ਇਸ ਪਾਸੇ ਨਹੀਂ, ਜਿੱਥੇ ਕਿਸੇ ਨੇ ਕਹਿ ਦੇਣਾ ਜੀ ਉੱਥੇ ਫਲਾਣਾ ਸਿਆਣਾ ਏ, ਉੱਥੇ ਇਦਾਂ ਚੱਲ ਜਾਣਾ, ਖਵਾ ਖਵਾ ਕੇ ਸਵਾਹ ਅੰਦਰ ਭਰ ਲੇ, ਪਰ ਲੱਭਿਆ ਕੋਈ ਨਹੀਂ। ਇਹ ਮੈਂ ਇੱਕ ਹੁੰਦਾ ਬੰਦਾ ਕਿਤਾਬੀ, ਇੱਕ ਜਿਹਨੇ ਸਭ ਕੁਝ ਵੇਖਿਆ ਹੋਵੇ ਨਾ, ਤੇ ਫਿਰ ਐਵੇਂ ਨਹੀਂ ਬਾਜਾਂ ਵਾਲਾ ਪੁੱਤ ਵਾਰ ਕੇ ਕਹਿੰਦਾ ਸਗਲ ਦਵਾਰ ਕੋ ਛਾੜ ਕੇ, ਐਵੇਂ ਨਹੀਂ ਸਵਈਆਂ ਦੇ ਵਿੱਚ ਕਹਿਤਾ ਬਾਪੂ ਕਹਿੰਦਾ ਕੋ ਬੁਤਾਨ ਕੋ ਪੂਜਤ ਹੈ ਪਸ, ਕਹਿੰਦੇ ਬੁੱਤਾਂ ਨੂੰ ਪੂਜਦਾ ਹੈ, ਇਹ ਬੰਦੇ ਨੇ ਬਣਾਏ ਆ, ਜਿਹੜੇ ਆ ਬੁੱਤ ਆ ਨਾ ਇਹ ਉਹਨੇ ਬਣਾਏ, ਇਹਨਾਂ ਨਾਲ ਤੂੰ ਵੈਰ ਪਾਈ ਫਿਰਦਾ। ਆਪਣੇ ਲਾਗੇ ਬੈਠੇ ਦੀ ਵੀ ਬੁਰਾ ਮੰਗੀ ਜਾਣਾ ਵੀ ਆ ਜਿਹੜਾ ਮੇਰੇ ਲਾਗੇ ਬੈਠਾ ਇਹ ਕੱਲ ਨੂੰ ਇਦਾਂ ਦਾ ਹੋ ਜੇ ਵੀ ਮੱਥਾ ਟੇਕਣ। ਈਰਖਾ ਇੰਨੀ ਜ਼ਿਆਦੀ ਆਪਣੇ ਵੀ ਜੇ ਇਹ ਬੰਦਾ ਸੇਵਾ ਕਰਨ ਦਿਆ ਤੇ ਇਹ ਮਰ ਜੇ ਤੇ ਮੈਂ ਕਰਾਂ, ਮਾਫ ਕਰ ਦਿਓ, ਮੈਂ ਕਹਿਣਾ ਨਹੀਂ ਚਾਹੁੰਦਾ, ਇੰਨਾ ਬੁਰਾ ਹਾਲ। ਇੱਕ ਦੂਜੇ ਨੂੰ ਵੇਖਣਾ ਨਹੀਂ, ਕਹਿੰਦੇ ਬੁੱਤ ਬਣਾਏ ਬੰਦੇ ਨੇ ਪੱਥਰ ਚੁੱਕ ਕੇ, ਉਹਨਾਂ ਦੇ ਗਲ ਝਾਰ ਪਾਉਂਦਾ, ਦੁੱਧ ਚੜਾਉਂਦਾ। ਜਿਹੜਾ ਬੰਦੇ ਨੂੰ ਰੱਬ ਨੇ ਬਣਾਇਆ ਉਹਨੂੰ ਧੱਕੇ ਮਾਰਦਾ ਵਾ। ਆ ਰੱਬ ਨੇ ਬਣਾਇਆ ਜਿਹੜੀ ਆਪਣੀ ਬਾਡੀ ਨੂੰ। ਅੱਜ ਵੀ ਟੈਕਨੋਲੋਜੀ ਇੰਨੀ ਤਰੱਕੀ ਕਰ ਗਈ, ਪਰ ਕਿਸੇ ਮਾਈ ਦੇ ਲਾਲ ਤੋਂ ਇਦਾਂ ਦੀ ਮਸ਼ੀਨ ਨਹੀਂ ਬਣੀ ਜਿਹਦੇ 'ਚ 4 ਰੋਟੀਆਂ, 2 ਗਲਾਸ ਦੁੱਧ, ਥੋੜਾ ਜਿਹਾ ਗੰਢਾ ਤੇ ਥੋੜਾ ਜਿਹਾ ਖੀਰਾ ਪਾ ਦਿਓ ਤੇ ਦੂਜੇ ਪਾਸੇ ਬੋਤਲ ਬਲੱਡ ਦੀ ਭਰ ਜੇ। ਨਹੀਂ ਬਣੀ। ਜਦੋਂ ਵੀ ਹਸਪਤਾਲ ਜਾਓਗੇ ਭਾਵੇਂ ਕਰੋੜਪਤੀ, ਪਹਿਲਾਂ ਅਗਲੇ ਕਹਿੰਦੇ ਬਲੱਡ ਅਰੇਂਜ ਕਰੋ। ਉੱਥੇ ਮੈਂ ਕਿਹਾ ਮੇਰੇ ਨਾਲ ਬੀਤੀ, ਮੈਂ ਕਿਹਾ ਪੈਸੇ ਲੈ ਲਓ ਜੀ, ਮੇਰਾ ਗਰੀਬ ਦਾ ਕੌਣ ਹੈ, ਕਿੰਨੇ ਕਢਾਉਣਾ ਆਪਣਾ ਖੂਨ, ਤੁਸੀਂ 10 20 25 30, ਕਹਿੰਦੇ ਨਾ ਨਾ ਨਾ, ਬਲੱਡ ਦੇ ਬਦਲੇ ਬਲੱਡ ਦੇਣਾ ਹੀ ਪੈਣਾ। ਹੋਰ ਮੰਗਾ ਲਓ ਕਿਸੇ ਨੌਜਵਾਨ ਨੂੰ, ਭਾਵੇਂ ਨਹੀਂ ਗਰੁੱਪ ਰਲਦਾ। ਕਾਰਨ ਮੈਂ ਪੁੱਛਿਆ ਬਹਿ ਕੇ, ਕਿਉਂਕਿ ਮੈਨੂੰ ਆਦਤ, ਮੈਂ ਕਿਹਾ ਵੀ ਇਦਾਂ ਕਿਉਂ ਹੁੰਦਾ, ਕਹਿੰਦੇ ਜੀ ਬਲੱਡ ਕਿਹੜਾ ਮਸ਼ੀਨਾਂ ਨੇ ਬਣਾਉਣਾ, ਤੇ ਜੇ ਪੈਸਿਆਂ ਨਾਲ ਸਾਰੇ ਖਰੀਦਣ ਲੱਗ ਪਏ ਤੇ ਆਉਣਾ ਕਿੱਥੋਂ, ਕੈਂਪ ਐਵੇਂ ਥੋੜਾ ਲੱਗਣ ਦੇ ਬਲੱਡ ਦੇ। ਇਹ ਮਸ਼ੀਨ ਬਾਪੂ ਨੇ ਬਣਾਈ ਆ ਜਿਹੜੀ ਬਲੱਡ ਬਣਾਉਂਦੀ। ਕਈਆਂ ਦਾ ਬਲੱਡ ਪਾਣੀ ਬਣ ਜਾਂਦਾ, ਕਿਹੜੇ ਕਿਹੜੇ ਸੋਹਣੇ ਸੁਨੱਖੇ ਚਿਹਰੇ ਹੁੰਦੇ, ਉਹਨਾਂ ਤੋਂ ਡਰ ਲੱਗਣ ਲੱਗ ਪੈਂਦਾ, ਬਿਮਾਰੀ ਅੰਦਰੋਂ ਹੀ ਉੱਠ ਪੈਂਦੀ ਹੈ, ਕਿਹੜਾ ਲੈਣ ਜਾਣੀ ਹੈ। ਜਿਹੜੇ ਇਨਸਾਨਾਂ ਨੂੰ ਲੋਕੀ ਮੁੜ ਮੁੜ ਕੇ ਵੇਂਦੇ ਹੁੰਦੇ ਸੀ ਏਡੇ ਸੁਨੱਖੇ, ਅੱਜ ਕੰਧਾਂ ਨੂੰ ਹੱਥ ਪਾ ਕੇ ਤੁਰਦੇ ਆ। ਲੋਕੀ ਵੇਖ ਕੇ ਕਹਿੰਦੇ ਇਹ ਜੀ ਕਿਤੇ ਜਵਾਨੀ ਸੀ। ਇਸ ਕਰਕੇ ਕਹਿੰਦੇ ਡਰਿਆ ਕਰ, ਰੱਬ ਦੇ ਕਹਿਰ ਤੋਂ ਉਹਦੀ ਚਪੇੜ ਦੀ ਆਵਾਜ਼ ਨਹੀਂ ਆਉਂਦੀ ਜਦੋਂ ਪੈਂਦੀ ਐ। ਇਸ ਕਰਕੇ ਮਾਰੇ ਕਹਿੰਦੇ ਆਪ ਸਕੋ ਜੋ ਜਾਣੇ ਨੀਚਾ, ਸੋ ਗਨੀਆਂ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਨਾਮ ਤਨ ਘਟ ਘਟ ਚੀਨਾ। ਅੱਗੇ ਪੜੋ। ਮਨ ਆਪਣੇ ਤੇ ਬੁਰਾ ਮਿਟਾਨਾ, ਆਪਣੇ ਮਨ ਦੇ ਵਿੱਚੋਂ ਬੁਰਾ ਮਿਟਾ ਦਿਓ, ਚੰਗਾ ਰਵੇਗਾ। ਨਾ ਕਿਸੇ ਨਾਲ ਰੱਖ ਵੈਰ, ਮਨ ਆਪਣੇ ਤੇ ਬੁਰਾ ਮਿਟਾਨਾ। ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਸਾਹਿਬ ਕਹਿੰਦੇ ਆ, ਤੁਹਾਡਾ ਬਾਪੂ ਕਹਿੰਦੇ ਤੁਸੀਂ ਜਿੰਨੇ ਵੀ ਸੁਖਮਨੀ ਸਾਹਿਬ ਪੜ੍ਹਦੇ ਜੇ, ਕਿ ਤੁਹਾਡਾ ਮਨ ਸ਼ੁੱਧ ਹੈ, ਤੁਹਾਡੇ ਮਨ 'ਚ ਕਿਸੇ ਪ੍ਰਤੀ ਈਰਖਾ ਵੈਰਤ ਨਹੀਂ ਹੈਗਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਇੱਕ ਵਾਰ ਮੈਂ ਜ਼ਿਕਰ ਨਹੀਂ ਕਰਨਾ, ਕਿਸੇ ਨਗਰ ਗਿਆ ਤੇ ਕਥਾ ਕਰਨ ਲੱਗੇ, ਕਹਿੰਦੇ ਗਿਆਨੀ ਜੀ ਥੋੜਾ ਜਿਹਾ ਬੋਲਿਓ ਵੀ ਸਾਡੇ ਸੁਖਮਨੀ ਸਾਹਿਬ ਪੜ੍ਹਦੀਆਂ ਭੈਣਾਂ ਤੇ ਲੜਦੀਆਂ ਬੜਾ। ਮੈਂ ਆਖਿਆ ਵੀ ਮੈਂ ਵੀ ਬੱਚੇ ਪਾਲਨੇ, ਮੈਨੂੰ ਲੱਗਦਾ ਵੀ ਤੁਸੀਂ 4 ਪੈਸੇ ਨਹੀਂ ਦਵੋਗੇ, ਮੈਨੂੰ ਰੋੜੇ ਮਰਾਓਗੇ। ਕਿਉਂਕਿ ਕਈਆਂ ਦੀ ਪਿੰਡ 'ਚ ਹੁੰਦੀ ਨਾ, ਉਹਨੂੰ ਪਤਾ ਆਪਾਂ ਕਹਿਣਾ ਨਹੀਂ ਗਿਆਨੀ ਤੋਂ ਕਹਾਓ, ਵੀ ਬਾਬੇ ਨੂੰ ਕਹਿ ਹੀ ਦੇਣਾ ਸਪੀਕਰ 'ਚ, ਆਪਾਂ ਪਾਸੇ ਦੇ ਪਾਸੇ ਰਹਿ ਜਾਣਾ। ਉਹ ਗਿਆਨੀ ਪਿੰਦਰਪਾਲ ਜੀ ਵੀ ਕਹਿੰਦੇ ਉਹਨਾਂ ਦੀ ਉਮਰ ਲੰਘੀ ਹੈ, ਕਹਿੰਦੇ ਜਦੋਂ ਜਾ ਕੇ ਬਹਿ ਜਾਈਏ ਅਗਲਾ ਚਾਹ ਪਾਣੀ ਲੈ ਕੇ ਆਵੇ ਤੇ ਕਈ ਹੌਲੀ ਜੀ ਬਾਬਾ ਜੀ ਇਸ ਵਿਸ਼ੇ ਤੇ ਥੋੜਾ ਜਿਹਾ ਬੋਲਿਓ। ਕਹਿੰਦੇ ਮੈਂ ਉਦੋਂ ਹੀ ਪਤਾ ਮੈਨੂੰ ਲੱਗ ਜਾਂਦਾ ਵੀ ਇਹਦੀ ਹੁਣ ਚੁੱਭਦੀ ਆ, ਇਹ ਬਗਾਨੇ ਮੋਢੇ ਤੇ ਚਲਾਉਣਾ ਚਾਹੁੰਦਾ, ਵੀ ਬਾਬੇ ਨੂੰ ਯੂਜ਼ ਕਰਨਾ ਚਾਹੁੰਦਾ ਵੀ ਮੈਂ ਵਿੱਚੋਂ ਨਿਕਲ ਜਾ। ਤੇ ਉਹ ਮੈਨੂੰ ਪੁੱਛਿਆ, ਮੈਂ ਕਿਹਾ ਵੀ ਲੜੇ ਕਾਹਤੋਂ? ਕਹਿੰਦੇ ਜੀ ਸਪੀਕਰ ਲਾਉਣ ਤੋਂ। ਵੀ ਪਹਿਲੇ 5-6 ਪੜ੍ਹਨ ਦੇ ਸੀ ਬੀਬੀਆਂ, ਤੇ ਇੱਕ ਆਈ ਤੇ ਉਹਨੇ ਆ ਕੇ ਦੂਜੀ ਦਾ ਸਪੀਕਰ ਚੁੱਕ ਕੇ ਆਪਦੇ ਅੱਗੇ ਰੱਖ ਲਿਆ ਤੇ ਜੁੰਡਿਓ ਜੁੰਡੀ। ਤੇ ਮੈਂ ਉੱਥੇ ਫਿਰ ਪਿਆਰ ਦੇ ਨਾਲ ਪੁੱਛਿਆ, ਮੈਂ ਕਿਹਾ ਭੈਣੋ ਕਿੰਨੇ ਸਾਲ ਹੋ ਗਏ? ਕਹਿੰਦੇ ਜੀ 10। ਮੈਂ ਕਿਹਾ ਕਿੰਨੇ ਪਾਠ ਕੀਤੇ ਸੁਖਮਨੀ ਸਾਹਿਬ ਦੇ? ਕਹਿੰਦੇ ਜੀ ਗਿਣਤੀ ਨਹੀਂ। ਮੈਂ ਕਿਹਾ ਫਿਰ ਆਪਾਂ ਇੱਕ ਵੀ ਪੰਕਤੀ ਦਾ ਅਮਲ ਨਹੀਂ ਕੀਤਾ। ਸੁਖਮਨੀ ਸਾਹਿਬ ਦੀ ਪੰਕਤੀ ਆ, ਮਨ ਆਪਣੇ ਤੇ
ਮਨ 'ਚ ਬੁਰਾ ਨਾ ਰੱਖੋ। ਜਿੱਥੇ ਥਾਂ ਮਿਲਦੀ ਗੁਰੂ ਨੂੰ ਮਿਲਣਾ ਕਿ ਬੰਦਿਆਂ ਨੂੰ ਮਿਲਣਾ? ਗੁਰੂ ਨੂੰ ਵਿਖਾਉਣਾ ਕਿ ਆਪਾਂ ਲੋਕਾਂ ਨੂੰ ਵਿਖਾਉਣਾ? ਬਸ ਇੱਥੋਂ ਮਾਰ ਖਾ ਗਏ ਅਸੀਂ। ਪੜ੍ਹਿਆ ਨਾ ਹੀ ਭੇਦ ਬੁਝਿਆ, ਸੂਈ ਟੱਪ ਜਾ ਰਹੀ, ਸਮਾਂ ਕੀਮਤੀ, ਮੈਂ ਵਾਪਸ ਆਵਾਂ। ਜਿਹੜਾ ਸ਼ੁਰੂ ਕੀਤਾ ਪੈਗਾਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਦੀਆਂ ਬਾਤਾਂ ਪੈ ਰਹੀਆਂ। ਬਾਬਾ ਫਰੀਦ ਸਾਹਿਬ ਦੀ ਗੱਲ ਹੋ ਰਹੀ ਸੀ, ਮੇਰੇ ਖਿਆਲ, ਆਖੋ ਸਤਨਾਮ। ਬਾਬਾ ਫਰੀਦ ਸਾਹਿਬ ਜੀ ਨੇ ਕਿਰਪਾ ਕੀਤੀ, ਜਾਂ ਆਪਾਂ ਹਜੂਰ ਸਾਹਿਬ ਪਹੁੰਚੇ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਹੋ ਰਹੀ ਸੀ। ਹਜ਼ੂਰ ਨੇ ਮੱਥਾ ਟੇਕਿਆ, ਕਿੰਨਾ ਚਿਰ ਆਪਣਾ ਸੀਸ ਨਹੀਂ ਚੁੱਕਿਆ। ਸੰਗਤਾਂ ਨੇ ਆਖਿਆ, ਦੱਸ ਓਏ ਬਾਦਸ਼ਾਹ ਦਰਵੇਸ਼, ਦੁਨੀਆ ਦਾ ਜੇਤੂ ਜਰਨੈਲ, ਜਿਹਦੀ ਚਿੱਠੀ ਨਾ ਹਿੰਦੁਸਤਾਨ ਦਾ ਬਾਦਸ਼ਾਹ ਮੰਜੀ ਤੇ ਪੈ ਕੇ ਕਹਿੰਦਾ ਮੇਰੀ ਕਬਰ ਉੱਥੇ ਬਣਾਇਓ ਜਿੱਥੇ ਰੋਕਣਾ ਹੋਵੇ। ਕੁਛ ਵੀ ਗੁਰੂ ਗੋਬਿੰਦ ਸਿੰਘ ਦਾ ਨਹੀਂ ਛੱਡਿਆ। ਪਰ ਜਦੋਂ ਉਹਨੇ ਜਫਰਨਾਮਾ ਪੜ੍ਹਿਆ ਸੀ ਤੇ ਭਾਈ ਸੰਤੋਖ ਸਿੰਘ ਕਥਾ ਲੰਘ ਗਈ ਹੈ, ਕਹਿੰਦੇ ਉਹਦੀ ਕਿਰਿਆ ਵਿੱਚੇ ਨਿਕਲ ਗਈ, ਕੱਪੜਿਆਂ ਦੇ ਕੰਬ ਗਿਆ ਸੀ। ਉਹ ਕਹਿਣ ਲੱਗਾ ਸੀ, ਇੱਕ ਵਾਰੀ ਦਇਆ ਸਿੰਘਾ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੀ ਮੇਰੇ ਮਰਨ ਤੋਂ ਪਹਿਲਾਂ ਮੈਨੂੰ ਮਿਲ ਜਾਵੇ। ਕਈ ਵਾਰੀ ਬੰਦਾ ਜਦੋਂ ਮੰਜੀ ਤੇ ਪੈਂਦਾ ਨਾ, ਸਾਰੇ ਗੁਨਾਹ ਉਹਦੇ ਅੱਗੇ ਸਕਰੀਨ ਬਣ ਕੇ ਆ ਜਾਂਦੇ, ਜੋ ਜੋ ਜ਼ਿੰਦਗੀ 'ਚ ਕੀਤਾ ਹੁੰਦਾ। ਫਿਰ ਬੰਦਾ ਰੋਂਦਾ, ਕੋਈ ਅਰਦਾਸ ਕਰੇ ਮੈਨੂੰ ਬਚਾਵੇ। ਪਰ ਸਮਾਂ ਲੰਘ ਗਿਆ ਹੁੰਦਾ। ਔਰੰਗਜ਼ੇਬ ਨੇ ਵੀ ਅਰਦਾਸ ਕੀਤੀ ਸੀ, ਜਫਰਨਾਮਾ ਦਿੱਤਾ। ਸਿੱਖ ਨੇ ਕਹਿੰਦਾ, ਸਿੱਖਾ ਜਾ ਕੇ ਸੁਨੇਹਾ ਦੇ ਦੀ ਗੁਰੂ ਗੋਬਿੰਦ ਸਿੰਘ ਨੂੰ, ਮੈਂ ਬੜੇ ਗੁਨਾਹ ਕੀਤੇ, ਅੱਜ ਮੇਰੀ ਮੌਤ ਨੇੜੇ ਦੇ ਸਰੀ, ਮੈਨੂੰ ਇੱਕ ਵਾਰੀ ਮਿਲ ਜਿਓ। ਮਹਾਰਾਜ ਨੂੰ ਸੁਨੇਹਾ ਮਿਲ ਗਿਆ ਸੀ। ਮਹਾਰਾਜ ਕਹਿੰਦੇ, ਜਿਹੜਾ ਆਪਣੀ ਮਾਂ ਦਾ ਨਹੀਂ ਬਣਿਆ ਅਸੀਂ ਉਹਦੇ ਨਹੀਂ ਬਣਨਾ, ਕਿਉਂਕਿ ਮੁਸਲਮਾਨ ਕੁਰਾਨ ਨੂੰ ਆਪਣੀ ਮਾਂ ਕਹਿੰਦੇ ਹੈ। ਤੇ ਜਦੋਂ ਆਨੰਦਪੁਰ ਦਾ ਘੇਰਾ ਪਿਆ ਸੀ ਤੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਸੀ ਇਹਨੇ ਵੀ ਮੈਂ ਕੁਰਾਨ ਦੀ ਸਹੁੰ ਖਾਨਾ ਹੈ, ਜਾ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਮਗਰ ਫੌਜ ਨਹੀਂ ਚੜਾਵਾਂਗਾ। ਪਰ ਇਹਨੇ ਕਸਮ ਖਾ ਕੇ ਮੁੱਕਰ ਗਿਆ। ਮਹਾਰਾਜ ਕਹਿੰਦੇ, ਬੇਈਮਾਨ ਹੈ ਤੂੰ। ਸਾਰੇ ਲਫ਼ਜ਼ ਜਫਰਨਾਮੇ ਦੇ ਮਾਰੇ ਕਹਿੰਦੇ, ਬਾਜੋ ਨਾ ਤਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦੇ ਐ ਸ਼ੋਹਰਸ਼। ਕਹਿੰਦੇ ਔਰੰਗਜ਼ੇਬ ਠੀਕ ਹੈ, ਅੱਜ ਤੇਰੇ ਕੋਲ ਰਾਜ ਭਾਗ ਆ, ਤੇਰੇ ਕੋਲ ਫੌਜਾਂ ਹਾਥੀ ਘੋੜੇ ਐ, ਤੇ ਮੇਰੇ ਕੋਲ ਨਾ ਪੋਤਾ ਮੇਰੇ, ਨਾ ਮੇਰੀ ਮਾਂ, ਨਾ ਮੇਰਾ ਪਿਓ, ਨਾ ਮੇਰਾ ਆਸਣ ਹੈ। ਮੈਂ ਅੱਜ ਫਰਸ਼ ਤੇ ਬੈਠਾ, ਸਰਾਣੇ ਮੇਰੇ ਇੱਟ ਹੈ। ਪਰ ਯਾਦ ਰੱਖੀ ਔਰੰਗਜ਼ੇਬ, ਅੱਜ ਤੂੰ ਹਾਰ ਗਿਆ, ਮੈਂ ਜਿੱਤ ਗਿਆ, ਕਿਉਂਕਿ ਮੇਰੇ ਕੋ ਖੁਦਾ ਦਾ ਪਿਆਰ ਹੈ, ਤੇਰੇ ਕੋ ਬੇਈਮਾਨੀ ਦੀ ਪੰਡ ਹੈ। ਉੱਥੇ ਆ ਕੇ ਹਾਰ ਗਿਆ। ਤੋ ਇਸ ਕਰਕੇ ਬਾਬੇ ਫਰੀਦ ਸਾਹਿਬ ਨੇ ਸਵਾਲ ਕੀਤਾ ਕਿ ਅੰਮੀ ਐਸ ਪੋਥੀ 'ਚ ਬੋਲੋ ਕੀ ਹੈ? ਤੇ ਮਰੀਮ ਸੀ ਉਹਨਾਂ ਦੀ ਮਾਂ ਦਾ ਨਾਂ। ਤੇ ਬੁੱਕਲ 'ਚ ਲੈ ਕੇ ਫਰੀਦ ਦਾ ਮੱਥਾ ਚੁੰਮ ਕੇ ਕਹਿੰਦੀ, ਫਰੀਦ ਇਸ ਪੋਥੀ 'ਚ ਖੁਦਾ ਰਹਿੰਦਾ ਹੈ। ਕਿਤੇ ਤੁਸੀਂ ਵੀ ਕਿਹਾ ਪੰਜ ਬਾਣੀਆਂ ਦੇ ਨਿਤਨੇਮ 'ਚ ਆਪਣੇ ਬੱਚਿਆਂ ਨੂੰ ਕਿ ਪੁੱਤ ਇਸ ਪੰਜ ਬਾਣੀਆਂ 'ਚ ਗੁਰੂ ਨਾਨਕ ਰਹਿੰਦਾ? ਜੇ ਕਹੋਗੇ ਤਾਂ ਬੱਚਾ ਲੱਭੂਗਾ ਨਾ ਗੁਰੂ ਨਾਨਕ ਨੂੰ ਵਿੱਚੋਂ। ਤੋ ਇਸ ਕਰਕੇ ਆਪਾਂ ਗੁਰਬਾਣੀ 'ਚੋਂ ਗੁਰੂ ਨਾਨਕ ਨੂੰ ਕੀ ਲੱਭਣਾ? ਆਪਾਂ ਤਾਂ ਗੁਰੂ ਨਾਨਕ ਨੂੰ ਗੁਰਦੁਆਰੇ 'ਚ ਭਜਾਉਣ ਨੂੰ ਫਿਰਦੇ, ਜਿੱਥੇ ਉਹ ਵਿਚਾਰਾ ਸੰਗਤਾਂ ਦੇ ਵਿੱਚ ਵਿਚਰਦਾ ਏ। ਤੁਮਾਰੇ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਕਿਰਪਾ ਕਰਨ। ਬਾਬੇ ਫਰੀਦ ਦੀ ਮਾਂ ਨੇ ਆਖਿਆ, ਚ ਖੁਦਾ ਪੋਥੀ 'ਚ ਪੋਥੀ ਸੁਣਨ ਆਉਣੇ ਤੁਸੀਂ ਰੋਜ਼, ਪੋਥੀ ਪਰਮੇਸ਼ਰ ਕਾ। ਅੱਜ ਜ਼ੋਰ ਲੱਗਾ ਪ੍ਰਚਾਰਕਾਂ ਦਾ, ਨਾਸਤਕ ਦਾ, ਕਹਿੰਦੇ ਗੁਰੂ ਗ੍ਰੰਥ ਸਾਹਿਬ ਗੁਰੂ ਥੋੜਾ ਗਿਆਨ ਹੈ। ਪਰ ਗੁਰੂ ਅਰਜਨ ਸਾਹਿਬ ਖੁਦ ਕਹਿ ਕੇ ਗਏ, ਵਾਹੋ ਵਾਹੋ ਬਾਣੀ, ਕਿ ਬਾਣੀ ਰੱਬ ਜੇ। ਬਾਣੀ ਨੂੰ ਅੱਖਰ ਨਾ ਸਮਝਿਓ, ਬਾਣੀ ਨੂੰ ਗਿਆਨ ਨਾ ਸਮਝਿਓ, ਬਾਣੀ ਰੱਬ ਹੈ। ਤੇ ਸਜੇਵੜ ਨਾਲ ਇਹ ਵੀ ਪੰਕਤੀ ਲਿਖਤੀ ਵੀ ਇਹਦੇ ਵਰਗਾ ਹੋਰ ਕੋਈ ਦੁਨੀਆ 'ਚ ਨਹੀਂ ਹੈਗਾ, ਨਹੀਂ ਹੈਗਾ। ਇਸ ਕਰਕੇ ਇਹ ਸਭ ਤੋਂ ਵੱਡਾ ਏ। ਤੇ ਜਿਹੜੇ ਇਹਦੇ ਨਾਲ ਜੁੜ ਜਾਂਦੇ ਉਹ ਵੀ ਵੱਡੇ ਹੋ ਜਾਂਦੇ। ਇੱਕ ਚੀਜ਼ ਆ ਗਈ ਯਾਦ ਕਹਿ ਕਰਕੇ, ਸਮਾਂ ਸੰਪੂਰਨ ਹੋਣ ਵਾਲਾ। ਜ਼ੁਨਾਨ ਦਾ ਮਸ਼ਹੂਰ ਬਾਦਸ਼ਾਹ, ਅੱਜ ਮਾਹੌਲ ਹੀ ਐਸਾ ਬਣਿਆ ਵੀ ਰੰਭਤਾ ਵੀ ਬਾਦਸ਼ਾਹੀ ਤੋਂ ਹੋਈ ਸੀ। ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੀ ਗੱਲ ਤੋਂ ਕਥਾ ਦੀ ਤੇ ਸੰਪੂਰਨਤਾ ਵੀ ਉੱਥੇ ਆ ਕੇ ਹੋਣ ਲੱਗੀ ਹੈ। ਕਈ ਵਾਰੀ ਗੁਰੂ ਸਾਹਿਬ ਐਸੀ ਕਿਰਪਾ ਕਰਦੇ ਹੋ, ਵਿਸ਼ਾ ਉੱਦਾਂ ਹੀ ਚੱਲਦਾ। ਯੂਨਾਨ ਦਾ ਬਾਦਸ਼ਾਹ ਸਿਕੰਦਰ, ਫੈਜੇ ਸਿਕੰਦਰ ਨੇ ਜਲੂਸ ਕੱਢਿਆ ਜਦੋਂ ਦੁਨੀਆ ਜਿੱਤਦਾ ਨਾ, ਉਹਨੇ ਇੱਕ ਵੱਡਾ ਸਾਰਾ ਜਲੂਸ, ਵੱਡਾ ਸਾਰਾ ਇਕੱਠ ਕੀਤਾ ਤੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਆਖਿਆ, ਗਲੀਆਂ ਸਜਾ ਦਿਓ, ਚਾਰੇ ਪਾਸੇ ਫੁੱਲਾਂ ਨਾਲ ਗਲੀਆਂ ਭਰ ਦਿਓ, ਤੇ ਜਦੋਂ ਮੈਂ ਲੰਘਣਾ ਆਪਣੇ ਰਾਜ ਤੋਂ ਯੂਨਾਨ ਦੇ ਵਿੱਚ ਦੀ, ਜਿੱਦਾਂ ਆਪਾਂ ਨਗਰ ਕੀਰਤਨ ਜਾਂਦੇ, ਤੇ ਤੁਸੀਂ ਮੇਰਾ ਸਵਾਗਤ ਕਰਨਾ ਏ, ਮੈਨੂੰ ਵੀ ਪਤਾ ਲੱਗੇ ਕਿ ਮੈਂ ਕਿੱਡਾ ਕੁ ਰਾਜਾ ਏ। ਕਹਿਣ ਲੱਗੇ ਜਦੋਂ ਫਿਰ ਉਹਦਾ ਜਲੂਸ ਸ਼ੁਰੂ ਹੋਇਆ, ਹਾਥੀ ਤੇ ਬਹਿ ਗਿਆ ਉਹ,
ਤੇ ਸਾਰੀਆਂ ਗਲੀਆਂ 'ਚ ਲੋਕ ਫੁੱਲ ਲੈ ਕੇ ਆਏ, ਕੋਈ ਮੋਹਰਾਂ ਲੈ ਕੇ ਆਇਆ, ਕਿਸੇ ਨੇ ਗਲ 'ਚ ਪਾਉਣ ਲਈ ਬਣਾਏ। ਗਲੀ 'ਚੋਂ ਲੰਘਦਾ ਆਉਂਦਾ ਤੇ ਨਗਾਰਾ ਵੱਜਦਾ, ਹੱਸਦਾ ਏ, ਸਾਰੇ ਫੁੱਲ ਸੁੱਟਦੇ ਐ, ਸਲਾਮਾਂ ਅਲੈਕਮ ਸਿਜਦਾ ਕਰਦੇ ਐ। ਜਦੋਂ ਚੌਂਕ ਦੇ ਵਿੱਚ ਆਇਆ ਤੇ ਕੀ ਦੇਖਿਆ, ਕਿਸੇ ਫੱਕਰ ਨਾਲ ਟੱਕਰ ਹੋਣ ਲੱਗੀ ਐ। ਜਦੋਂ ਕਿਤੇ ਬਾਬੇ ਤੇ ਬਾਬਰ ਕਹਿੰਦੀ ਸੀ ਨਾ, ਬਾਬਰ ਵੀ ਇਦਾਂ ਹੀ ਸੀ ਤੇ ਬਾਬਾ ਅੱਗੇ ਬਹਿ ਗਿਆ ਰਸਤੇ 'ਚ। ਬਾਬਾ ਕੀਰਤਨ ਕਰ ਰਿਹਾ ਸੀ, ਜੈਸੀ ਮੈਂ ਆਵੇ ਖਸਮ ਕੀ ਬਹਾਣੀ, ਤੈਸੜਾ ਕਰੀ ਪਾਪ ਕੀ ਜੰਨ ਲੈ ਕਾਬਲੋਂ ਤਾਇਆ, ਜੋਰੀ ਬਾਬਰ ਨੇ ਹਾਥੀ ਰੋਕਿਆ, ਕਹਿੰਦਾ ਮੇਰਾ ਨਾਂ ਸੁਣ ਕੇ ਦੰਦਲਾਂ ਪੈਂਦੀਆਂ ਲੋਕਾਂ ਨੂੰ, ਭਰੇ ਘਰ ਜਵਾਨ ਧੀਆਂ ਛੱਡ ਕੇ ਲੋਕ ਭੱਜ ਤੁਰਦੇ ਕਿ ਬਾਬਰ ਆ ਗਿਆ। ਆ ਕਿਹੜਾ ਫਕੀਰ ਹੈ, ਅਰਬਾਬੀ ਦਾ, ਇਹਦੀ ਖਲੜੀ ਚ ਭੋਰਾ ਵੀ ਡਰ ਨਹੀਂ ਕਿ ਮੈਂ ਕੀਰਤਨ ਵਾਲੇ ਨੂੰ ਜਿੰਦਾ ਅੱਗ ਲਾ ਕੇ ਸਾੜ ਦਿੰਨਾ ਏ। ਮੈਂ ਕੀਰਤਨ ਕਰਨ ਵਾਲੇ ਦੀ ਜ਼ੁਬਾਨ ਦੇ ਵਿੱਚ ਤਾਂਬਾ ਢਾਲ ਕੇ ਪਾ ਦਿੰਨਾ, ਗਲੇ ਦੇ ਵਿੱਚ ਬੋਲ ਨਾ ਸਕੇ, ਮੈਂ ਕੰਨਾਂ ਬੰਦ, ਸਰੋਤ ਬੰਦ ਕਰ ਦਿੰਨਾ ਏ। ਹਾਥੀ ਤੋਂ ਉਤਰ ਕੇ ਕਹਿੰਦਾ, ਬਾਬਾ ਕੌਣ ਹੈ ਤੂੰ, ਤੇਰੀ ਇੰਨੀ ਜ਼ੁਰਤ ਕਿ ਇੱਕ ਬਾਦਸ਼ਾਹ ਬਾਬਰ ਜਾਵੇ ਤੇ ਲੋਕ ਘਰਾਂ ਚੋਂ ਭੱਜੇ ਜਾਣ ਸਮਾਨ ਛੱਡ ਕੇ, ਤੇ ਤੂੰ ਮੇਰੇ ਰਾਹ 'ਚ ਬਹਿ ਕੇ ਕੀਰਤਨ ਕਰੇ। ਕਿਉਂਕਿ ਕੀਰਤਨ ਦਾ ਸਤ ਦਾ ਤੇ ਸਤਾ ਦਾ ਸ਼ੁਰੂ ਤੋਂ ਵੈਰ ਰਿਹਾ, ਕਿਉਂਕਿ ਰੱਬ ਦਾ ਕੀਰਤਨ ਕਰਨ ਵਾਲਾ ਨਹੀਂ ਵੇਂਦਾ ਵੀ ਇੱਥੇ ਵਿੱਚ ਕੌਣ ਬੈਠਾ, ਉਹਨੇ ਆਪਣੀ ਮੌਤ 'ਚ ਬੋਲਣਾ ਏ। ਤੇ ਜਿੱਥੇ ਜ਼ਖਮ ਹੋਵੇ ਨਾ ਸਰੀਰ ਤੇ, ਮੱਖੀ ਤੁਰਦੀ ਪੈਰ ਤੋਂ ਸਿਰ ਤੱਕ ਮੱਖੀ ਜਾਂਦੀ ਹੈ, ਤੇ ਜਿੱਥੇ ਜ਼ਖਮ ਜਦੋਂ ਉੱਥੇ ਪਹੁੰਚਦੀ ਉਦੋਂ ਬੰਦੇ ਨੂੰ ਮਹਿਸੂਸ ਹੁੰਦਾ ਵੀ ਮੱਖੀ ਬਹਿ ਗਈ, ਉੱਦਾਂ ਨਹੀਂ ਪਤਾ ਲੱਗਦਾ। ਜਦੋਂ ਗੁਰੂ ਦੀ ਕਥਾ ਕੀਰਤਨ ਹੁੰਦਾ, ਆਪਾਂ ਸਾਰੇ ਬੈਠੇ, ਕਿਸੇ ਬਾਰੇ ਨਹੀਂ ਪਤਾ। ਔਰ ਮਹਾਂਪੁਰਖਾਂ ਦੇ ਬਚਨ ਵੀ ਹੈ ਵੀ ਜਿਹੜਾ ਕਥਾ ਵਾਜਕ ਢਾਡੀ ਰਾਗੀ ਸੰਗਤ ਵਿੱਚ ਕਿਸੇ ਨੂੰ ਵੇਖ ਕੇ ਲਾ ਕੇ ਗੱਲ ਕਰਦਾ ਹੈ ਨਾ, ਉਹ ਵੀ ਨਰਕਾਂ ਨੂੰ ਜਾਊ। ਇਹ ਵੀ ਬਚਨ ਹੋਇਆ ਹੈ। ਮੰਨ ਲਓ ਮੇਰੀ ਇੱਥੇ ਕਿਸੇ ਨਾਲ ਇੱਕ ਦੋ ਨਾ ਅਣਬਣ ਹੋਵੇ ਤੇ ਮੈਂ ਉਹਨਾਂ ਨੂੰ ਲਾ ਲਾ ਕਥਾ ਸੁਣਾਵਾਂ, ਗੁਰੂ ਸਾਹਿਬ ਨੇ ਏਡੀ ਚਪੇੜ ਮਾਰੀ, ਕਹਿੰਦੇ ਸੰਗਤ ਵਿੱਚ ਕਦੇ ਵੈਰ ਨਾ ਨਹੀਂ ਬੋਲਣਾ ਕਿਸੇ ਦੇ, ਜੋ ਗੁਰੂ ਸਾਹਿਬ ਇੱਥੇ ਦੇ ਰਿਹਾ ਸੁਣਾਈ ਚੱਲੋ। ਗੁਰਮੁਖ ਵੈਰ ਵਿਰੋਧ ਗਵਾਵੇ। ਤੇ ਕਈ ਵਾਰੀ ਆਪਾਂ ਲੈ ਜ਼ਰੂਰ ਜਾਂਦੇ ਹਾਂ ਵੀ ਅੱਜ ਸਾਨੂੰ ਸੁਣਾਈ ਹੈ, ਉਹ ਆਪੋ ਆਪਣੀ ਫਿਦਰਤ, ਕਿਉਂਕਿ ਜ਼ਖਮ ਸਾਡੇ 'ਚ, ਤੇ ਜ਼ਖਮ ਤੇ ਮੱਖੀ ਬਹਿਣੀ ਤੇ ਦਿਸਣੀ ਹੈ। ਤੇ ਉਸ ਵੇਲੇ ਜਦੋਂ ਬਾਬਰ ਨੇ ਵੇਖਿਆ, ਕਹਿੰਦੇ ਤੈਨੂੰ ਡਰ ਨਹੀਂ ਆਉਂਦਾ? ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੋ ਡਰੈ ਜਿਨ ਪਾਪ ਕਮਤੇ ਰਾਮ। ਡਰਨ ਤੇ ਉਹ ਜਿਨ੍ਹਾਂ ਪਾਪ ਕੀਤੇ, ਤੇਰੇ ਵਰਗੀਆਂ ਘਰਾਂ ਚ ਅੱਗਾਂ ਲਾਤੀਆਂ, ਨਿੱਕੇ ਨਿੱਕੇ ਬੱਚੇ ਮਾਰਤੇ, ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ? ਤੇ ਮੈਂ ਕਿਉਂ ਡਰਾਂ, ਮੈਂ ਤਾਂ ਰੱਬ ਦਾ ਕੀਰਤਨੀਆ ਏ, ਭਾਵੇਂ ਅੱਜ ਮਾਰਦੇ ਭਾਵੇਂ ਕੱਲ ਮਾਰਦੀ, ਤੂੰ ਜਾਬਰ ਹੈ। ਕਹਿਣ ਲੱਗਾ ਸਿਪਾਹੀਆਂ ਨੂੰ, ਕਹਿੰਦਾ ਇਹਨਾਂ ਦੋ ਨੂੰ ਬੰਨ ਲਓ, ਇਹਨਾਂ ਦੋ ਨੂੰ ਹੱਥ ਘੜੀ ਲਾ ਲਓ। ਪਹਿਲਾਂ ਤੇ ਮੈਂ ਏਮਨਾਬਾਦ ਨੂੰ ਅੱਗ ਲਾਉਣੀ ਹੈ, ਸਾਰੀ ਦੁਨੀਆ ਨੂੰ ਮੈਂ ਅੱਗ ਲਾ ਕੇ ਜਿੱਤਣਾ ਹੈ, ਤੇ ਬਾਅਦ 'ਚ ਇਹਨਾਂ ਨਾਲ ਵਰਤਾਂਗੇ। ਬਾਬੇ ਨੂੰ ਜੇਲ੍ਹ 'ਚ ਭੇਜਤਾ। ਬਾਬੇ ਨੇ ਜੇਲ੍ਹ ਕੱਟੀ ਆਪਣੇ ਲਈ, ਤੇ ਅੱਜ ਆਪਾਂ ਬਾਬੇ ਲਈ 50-60 ਮਿੰਟ ਚੌਂਕੜਾ ਨਹੀਂ ਮਾਰ ਸਕਦੇ। ਤੋ ਰਹੋ ਵਿਚਾਰ। ਮੈਂ ਆਪਣਾ ਵਿਸ਼ਾ ਸੰਪੂਰਨ ਕਰਾਂ। ਸਿਕੰਦਰ ਬਾਦਸ਼ਾਹ ਚੌਂਕ ਦੇ ਵਿੱਚ ਆਇਆ ਤੇ ਕੀ ਵੇਖਿਆ, ਲੋਕੀ ਫੁੱਲ ਸੁੱਟਦੇ, ਸਜਦੇ ਕਰਦੇ, ਤੇ ਇੱਕ ਫਕੀਰ ਥੜੇ ਤੇ ਬੈਠਾ। ਉਹਦੇ ਚਿਹਰੇ ਦਾ ਰੰਗ ਲਾਲ ਸੁਰਖ ਹੈ, ਉਹਦੀ ਕੰਬਲੀ ਦੇ ਵਿੱਚ ਛੇਕ ਹੋਏ ਹੈ, ਉਹਦੇ ਚੋਲੇ ਦੇ ਵਿੱਚ ਟਾਕੀਆਂ ਲੱਗੀਆਂ ਹੋਈਆਂ, ਦਸਤਾਰ ਵੀ ਫਟੀ ਹੈ, ਪਰ ਚਿਹਰਾ ਕਮਾਲ ਹੈ। ਅੱਜ ਸਾਡੇ ਕੱਪੜੇ ਕੋਠੀਆਂ ਕਮਾਲ ਹੈ, ਤੇ ਸਰੀਰ ਗਲ ਗਿਆ। ਮਾਫ ਕਰ ਦਿਓ, ਜੇਬ 'ਚ ਗੋਲੀਆਂ ਲੈ ਕੇ ਤੁਰੀਦਾ, ਪਤਾ ਨਹੀਂ ਕਿੱਥੇ ਖਾਣੀ ਪੈ ਜਾਣੀ ਹੈ। ਇੱਕੇ ਵਾਰੀ BP ਵਾਜੇ, ਸ਼ੂਗਰ ਵਾਜੇ, ਤੇ ਫਟਾਫਟ ਕਿਹਦਾ ਪਾਣੀ ਲਿਆਓ, ਮੈਂ ਗਿਆ। ਪਹਿਲਿਆਂ ਦੇ ਕੱਪੜੇ ਪਾਟੇ ਸੀ, ਘਰ ਕੱਚੇ ਸੀ, ਅੰਦਰ ਅੰਮ੍ਰਿਤ ਸੀ, ਸੋਨੇ ਵਰਗੀ ਦੇਹ ਸੀ। ਹੁਣ ਪੱਥਰ ਪੁੱਥਰ, ਕੋਠੀਆਂ, ਕੱਪੜਾ ਮਹਿੰਗੇ ਤੋਂ ਮਹਿੰਗਾ, ਗੱਡੀਆਂ ਸੋਹਣੀਆਂ, ਸਰੀਰਾਂ 'ਚ ਕੱਖ ਨਹੀਂ। ਫਕੀਰ ਦੇ ਸਰੀਰ ਵਿੱਚ ਅਜ਼ਮਤ ਹੈ, ਬੰਦਗੀ ਹੈ, ਉਹਦਾ ਚਿਹਰਾ ਭਖਦਾ ਹੈ। ਇਸੇ ਤਰ੍ਹਾਂ ਜਦੋਂ ਸੱਜਣ ਨੇ ਗੁਰੂ ਨਾਨਕ ਨੂੰ ਵੇਖਿਆ ਸੀ ਤਲੰਬੇ ਦੀ ਧਰਤੀ ਤੇ ਬਾਬੇ ਕੋਲ ਰਬਾਬ ਸੀ, ਤੇ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਆ ਜਿਹੜਾ ਸੇਠ ਆਉਂਦਾ, ਇਹਦਾ ਚਿਹਰਾ ਬੜਾ ਲਾਲ ਹੈ, ਚੰਗੇ ਸਹਿੰਦੇ ਘਰ ਦਾ ਲੱਗਦਾ, ਅੱਜ ਰਾਤ ਨੂੰ ਸੁੱਕਾ ਨਾ ਜਾਵੇ। ਤੇ ਬਾਬੇ ਦੇ ਝੋਲੇ 'ਚ ਰਬਾਬ ਸੀ। ਤੋ ਇਸ ਕਰਕੇ ਉਹਨੇ ਸਲਾਹ ਕੀਤੀ, ਵਿਸ਼ਾ ਨਹੀਂ, ਮੈਂ ਉਦਾਹਰਨ ਹੀ ਦਿੱਤੀ ਹੈ, ਕਿਸੇ ਦਿਨ ਪੂਰਾ ਪ੍ਰਸੰਗ ਸਤਿਗੁਰੂ ਕਿਰਪਾ ਕਰਨ ਫਿਰ ਸਰਵਣ ਕਰਾਂਗੇ। ਬਾਬੇ ਨੂੰ ਵੇਖ ਕੇ ਕਹਿੰਦਾ ਚੰਗਾ ਸੇਠ ਲੱਗਦਾ, ਇਹਦਾ ਚਿਹਰਾ ਦੱਸਦਾ, ਇਹਦੇ ਕੋਲ ਮਾਇਆ ਏ,
क्योंकि दुध पुत ते मीह पिया कदे छुपदा नहीं। बंदे को माया होवे भावें कपड़े पाटे पावे, कई कंजूस बड़े है पर उन्हां दी तुर नहीं दस दिंदी भी इहदी कोठी च दाने हैगे है, पता लग ही जाता है। तो इस करके गुरु पातशाह कृपा करी, फकीर दा चेहरा जगदा आनंद विच चौंकड़ा मार के बैठा ते महावत नूं सिकंदर कहंदा हाथी रोक। खुश सी पहला, खुश हसदा सी, जदों फकीर नूं वेख्या ते सड़ गया, मत्थे ते त्योड़ी पै गई, अग लगी। कहन लगा ओए फकीरा, सारा जुनान मैनू सिजदा करके फुल पाउण दिया, तू अखां मीटियां नहीं सुनिया। फकीर ने सुन गया पर अणसुनिया करता। दूजी आवाज मारी, ऐ फकीर तेनू जिंदगी नहीं लोड़ी दी, मैं तेनू कतल कर दांगा, नहीं सुनिया। तीजी वारी कहंदा होए मंगतिया, तेरे सामने जुनान दा राजा वाजा मारदा, तेनू अकल कोनी। जदों मंगता किया तो फकीर ने अखां खोलियां, अखां खोल के हसया फकीर। हाथी ते बैठा लाल पीला होई जांदा। फकीर कहंदा की हो गया सिकंदर? कहन लगा मेरी तौहीन कीती तो, इन्नी दुनिया मैनू सिजदे कीते, अज मैनू मिट्टी च मिलाता तो, तेरी आकड़ ने मेरा राज मिट्टी च मिलाता है, मैं तेनू कतल करना चाहना है। हुण वेखियो हर बंदा अपनी प्रशंसा दा भुखा, मैं भी। फकीर ने फिर रमज खेड़ी वड्डी, कहंदे तू राजा है? कहंदा हाँ। कहंदे मैं, कहंदे तू मंगता है? कहंदा तेनू पता मैं अखां मीट के किहदे नाल गल करदा? कहंदा किहदे नाल? कहंदा जिहड़ा तेरे तो भी वड्डा राजा। गुरुद्वारे लोकी आउंदे, मंत्री संतरी आउंदे, जो इलैक्शन लड़नी क्यों अरदास करदे इहदे अगे? क्योंकि तुम हो सब राजन के, ये राज देण वाला भी ते लैण वाला भी। कहन लगे जिहड़ा तेरे तो वड्डा राजा है, मैं उहदे नाल गल करदा सी ते निक्का राजा बुलावे ते वड्डे नाल गल हो रही होवे ते उहदी तौहीन है। होर अग लग गई उहनूं। छाल मार के हाथी तो थल्ले उतरिया, तेग म्यान चों कढ लई। जदों मारन लगा कहंदा गल तां सुन ला, तू राजा ही कतल ते मैनू कर देना, मेरी पूरी गल सुन ला। कहंदे मेरे हुंदियां किहड़ा वड्डा राजा है? फकीर कहंदा जिन्ने तेरा कलबूत तैयार कीता, जिन्ने तेनू दुनिया ते भेजिया, जिन्ने तेनू ये कुर्सी दिती, और मैं उस राजे नाल गल करके पुछदा सी भी आ जिहड़ा तेरा बनाया राजा मेरे सामने खड़ोता है किदां दा है? कहंदे फिर मैनू उस राजे ने कहा भी इहदे मस्तक विच बड़ा कुछ लिखिया, इन्हें अजे बड़ी दुनिया जितनी है। जदों आ बोल सुने ना, तलवार म्यान च वापस चलेगी। खुश हो गया थोड़ा जिहा। जदों ने हुण आम घरां च जोगी नहीं आउंदे, वो कहंदे लिया हत्थ वेखीए, ते आपां आम ही घरे बैठे बैठे कहदा लै बाबा मेरा हत्थ वेख दे, ते एवें फेर फूर के कहणगे तेरा वीजा पक्का, तेरा वधिया घरे विआह होना, तेरा इदां होना, ते बंदा खुश होई जांदा। वो इदां ही बंदे नूं भरमा लैंदे। कईयां कोई एडा इलम है जिहड़ा कंजूस 5 नहीं दिंदा, 500 लै जांदे। बंदा जदों कोई भी किसी की उस्तत करदा ना, बंदा हुण ढाडी सिंह हुंदे, एक थां मैं ढाडियां नाल सेवा निभाउण चले गया, मेरी आदत है मैं कथा करदा। हुण वो विशा इदां दा भी जे किसी दा नां लवांगे तो 100 दऊ, उदां कौन उठदा ही? ये गल सच है। हर बंदा अपनी प्रशंसा का भुखा है, विच कोई नहीं, मैं भी विच ही हां, तुहाडे वर्गा ही है। तो उस वेले जदों उन्हें प्रशंसा की भी मैं तेरा मत्था पढ़ रहा, तेरे मस्तक दे पिछे बड़ा कुछ है, तू अजे बड़ी दुनिया जितनी बड़ा अमीर होना है। पर एक गल जिहड़ी अड़ रही है, जदों इन्नी गल कही तो फटाफट सिकंदर ने दोवें गोडे मुद्दे मारे तो फकीर दे अगे हथ जोड़ ले। फकीर दे अगे हथ जोड़े, कहंदा इदां क्यों? कहंदा दसो की गल है? वो अंदर आ गई ना खिच, जिद्दां फिर वो सियाणे कर लेंदे ना, फेर के खंभ खुंभ ਐਨ ਧੂਫ ਧਾਫ ਦਿਖਾ ਕੇ। ਬੰਦਾ ਜਿਹੜਾ 5 ਨਹੀਂ ਗੁਰਦੁਆਰੇ ਰੁਪਈਆ ਟੇਕਦਾ ਟੁੱਟਾ, ਉਹ ਵੀ ਲੱਖ ਦਿੰਦਾ ਉੱਥੇ। ਸੱਚੀ ਗੱਲ ਹੈ। ਆ ਜਿੰਨੇ ਡੇਰਾ ਧਾਰੀ ਉਹਨਾਂ ਦੇ ਹੱਥ ਵੇਖਿਓ ਕਿਤੇ ਏਡੀਆਂ ਏਡੀਆਂ ਮੋਟੀਆਂ ਛਾਪਾਂ। ਆ ਸਰਸੇ ਵਾਲਾ ਸੀ ਤੇ ਉਹ ਇੱਕ ਆਮ ਜਿਹਾ ਦਿਹਾੜੀਦਾਰ ਸੀ, ਤੇ ਵੇਖੋ ਕਿੱਥੇ ਪਹੁੰਚ ਗਿਆ। ਸੋਨੇ ਦੀ ਉਹਦੀ ਸ਼ੀਟ, ਸੋਨੇ ਦੀਆਂ ਗੱਡੀਆਂ, ਸੋਨੇ ਦੇ ਬੈਡਰੂਮ, ਤੇ ਉਹ ਤੇ ਸਭ ਨੂੰ ਪਤਾ ਲਾਈਵ ਚੱਲਿਆ ਕਿਉਂਕਿ ਟੈਲੀਕਾਸਟ। ਤੇ ਮੈਂ ਕਈ ਵਾਰੀ ਸੋਚਦਾ ਨਾ ਕਿ ਬਾਬਾ ਤੇ ਕਿਤੇ ਕੁੜਤਾ ਪਜਾਮਾ ਵੀ ਗਰੀਬ ਕੋਈ ਸੰਗਤ ਦੇ ਦੇ ਤੇ ਕਹਿਣਾ ਹੁਣ ਇਹ ਮਰੂਗਾ, ਹੁਣ ਇਹਦੇ ਫਿੱਟ ਗਿਆ ਹੀ ਬਾਬਾ। ਇੱਦਾਂ ਬੋਲਦੇ
ਤੋ ਇਸ ਕਰਕੇ ਸਾਧ ਸੰਗਤ ਨੀਅਤ ਵੇਖੋ। ਤੋ ਕਹਿਣ ਦਾ ਭਾਵ ਜਦੋਂ ਦੁਨੀਆ ਦਾ ਬਾਦਸ਼ਾਹ ਗੋਡੇ ਮੁੱਦੇ ਮਾਰ ਕੇ ਬੈਠਾ, ਕਹਿੰਦਾ 10 ਵਕੀਰਾ, ਜਦੋਂ ਅੱਖਾਂ ਜਲ ਨਾਲ ਭਰੀਆਂ ਤਾੜੀ ਮਾਰੀ ਤੇ ਫਕੀਰ ਨੇ ਹੱਸ ਕੇ ਤਾੜੀ ਮਾਰਤੀ। ਸਾਰਾ ਸ਼ਹਿਰ ਇਕੱਠਾ ਹੋਇਆ ਸੀ, ਉੱਚੀ ਉੱਚੀ ਹੱਸ ਪਿਆ। ਕਹਿੰਦੇ ਵਾਹ ਓਏ ਕੁਦਰਤ ਦਿਆ ਮਾਲਕਾ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਸਿਕੰਦਰ ਨੂੰ ਕਹਿੰਦਾ ਫਕੀਰਾ ਕਾਦੀ? ਚੇਤਾ ਕਰ, ਕਹਿੰਦੇ ਤੂੰ ਬੰਦਾ ਹੈ ਕੋਈ, ਆਪਣਾ ਥੁੱਕ ਕੇ ਚੱਟਦਾ ਓਏ। ਹੁਣੇ 15 ਮਿੰਟ ਤੂੰ ਹਾਥੀ ਤੇ ਬੈਠਾ ਸੀ, ਮੈਂ ਆਪਣੇ ਯਾਰ ਦੇ ਨਾਲ, ਆਪਣੇ ਖੁਦਾ ਦੇ ਨਾਲ ਅੱਖਾਂ ਬੰਦ ਕਰਕੇ ਮਿਲਾਪ ਕਰ ਰਿਹਾ ਸੀ, ਤੂੰ ਉੱਤੇ ਬੈਠੇ ਨੇ ਮੈਨੂੰ ਆਵਾਜ਼ ਮਾਰੀ ਓਏ ਮੰਗਤਿਆ, ਤੇ ਮੇਰੇ ਰਾਜੇ ਨੇ 15 ਮਿੰਟਾਂ 'ਚ ਤੈਨੂੰ ਰਾਜੇ ਤੋਂ ਮੰਗਤਾ ਬਣਾ ਕੇ ਰੱਖਤਾ। ਤੂੰ ਕਾਹਦਾ ਰਾਜਾ ਹੈ? ਤੂੰ ਦਬਕਾ ਮਾਰਦਾ ਸੀ, ਹੁਣ ਭਾਵੇਂ ਮੈਨੂੰ ਕਤਲ ਕਰਦੀ, ਭਾਵੇਂ ਮੇਰੇ ਟੁਕੜੇ ਕਰਕੇ ਯੂਨਾਨ ਦੀਆਂ ਗਲੀਆਂ 'ਚ ਟੰਗਦੀ, ਮੈਂ ਤੈਨੂੰ ਇਹ ਜ਼ਰੂਰ ਦੱਸ ਚੱਲਿਆ ਈ ਵੀ ਤੇਰੇ ਵਰਗੇ ਕਈ ਰਾਜੇ ਬਣਾਉਣ ਵਾਲਾ ਉਹ ਰਾਜਾ ਹੈ ਜਿਹਦੀ ਯਾਦ ਵਿੱਚ ਆਪਾਂ ਰੋਜ਼ 50 ਮਿੰਟ ਕਥਾ ਉਸ ਰਾਜੇ ਦੀ ਹੋ ਰਹੀ ਹੈ। ਸਾਰੀ ਦੁਨੀਆ ਗੁਰਦੁਆਰੇ, ਮੰਦਿਰਾਂ, ਮਸੀਤਾਂ 'ਚ ਆਰਤੀਆਂ ਕਰਦੀ ਕਿਹਦੀਆਂ? तुम हो सब राजन के राजा, तुम हो सब राजन के राजा, तुम हो सब राजन के राजा, तुम हो सब राजन के राजा। आपे आप गरीब नवाजा, आपे आप गरीब नवाजा, आपे आप गरीब नवाजा, आपे आप गरीब नवाजा। सतगुरु महाराज किरपा करन, ਤੁਹਾਡੀ ਯਾਤਰਾ ਸਫਲ ਕਰਨ। ਕੱਲ ਨੂੰ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੁਰਬ ਹੈ। ਸਤਿਗੁਰੂ ਮਹਾਰਾਜ ਜੀ ਦੇ ਵਿਰਾਗਮਈ ਕਥਾ ਨਾਲ ਲੜੀਵਾਰ ਕਥਾ, ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਪ੍ਰਭੁਪੁਰ ਪਿਆਨੇ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡੀ ਯਾਤਰਾ ਸਫਲ ਹੋਵੇ। ਸਤਿਗੁਰੂ ਗਰੀਬ ਨਵਾਜ ਦੀ ਸਿਫਤ ਕਰਦੇ ਹਾਂ। ਬੱਚਿਆਂ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ। ਸਾਲਾਨਾ ਜੋੜ ਮੇਲਾ ਆ ਰਿਹਾ ਹੈ। ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਸੇਵਾ ਸਿਮਰਨ, ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਸਾਥ ਦਿਆ ਕਰੋ। ਨਦੀ ਨਾਵ ਸੰਜੋਗੀ ਮੇਲੇ ਹੈ, ਕਰ ਬੰਦੇ ਤੂੰ ਬੰਦਗੀ ਜਿਚਰ। ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋਨਿਆ। ਵਾਹਿਗੁਰੂ